ਆਪਾਂ 7ਵੀਂ ਪੌੜੀ ਲੈਣੀ ਆ ਗੁਜਰੀ ਰਾਗ ਦੇ ਵਿੱਚ। ਗੁਜਰੀ ਦੀ ਜਿਹੜੀ ਵਾਰ ਪੰਜਵੀਂ ਪਾਤਸ਼ਾਹੀ ਦੀ 519 ਅੰਗ 519 ਅੰਗ ਦੇ ਉੱਤੇ ਸ਼ਲੋਕ ਮਹੱਲਾ ਪੰਜਵਾਂ। ਲਗੜੀ ਸੋ ਥਾਨ ਜੋੜਨ ਹਾਰੇ ਜੋੜੀਆ, ਨਾਨਕ ਲਹਿਰੀ ਲੱਖ ਸੈ ਆਨ। ਨਾਨਕ ਲਹਿਰੀ ਲੱਖ ਸੈ ਆਨ, ਡੁੱਬਣ ਦੇ ਨਾ ਮਾਂ ਪਿਰੀ। ਲਗੜੀ ਸੋ ਥਾਨ ਕਹਿੰਦੇ ਲੱਗ ਗਈ, ਬਿਲਕੁਲ ਸਹੀ ਜਗ੍ਹਾ ਤੇ ਲੱਗ ਗਈ। ਸੋ ਥਾਨ ਬਿਲਕੁਲ ਸੁਥਾਨ, ਬਹੁਤ ਹੀ ਵਧੀਆ ਜਗ੍ਹਾ ਤੇ ਲੱਗ ਗਈ, ਸਭ ਤੋਂ ਵਧੀਆ ਜਗ੍ਹਾ ਤੇ ਲੱਗ ਗਈ। ਕੀ ਲੱਗ ਗਈ? ਜੋੜਨ ਹਾਰੇ ਜੋੜੀਆ। ਕਹਿੰਦੇ ਮੇਰੀ ਪ੍ਰੀਤ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਦੇ ਨਾਲ ਲੱਗ ਗਈ, ਉਹਦੇ ਨਾਮ ਦੇ ਨਾਲ ਲੱਗ ਗਈ। ਪਹਿਲਾਂ ਉਹਦੇ ਨਾਮ ਦੇ ਨਾਲ ਲੱਗੀ, ਨਾਮ ਦੇ ਨਾਲ। ਬਾਣੀ ਨੇ ਜਿਹੜਾ ਹੈਗਾ ਆਪਣੀ ਪ੍ਰੀਤ ਲਾਉਣੀ ਆ ਪਰਮੇਸ਼ਰ ਦੇ ਨਾਲ, ਆਤਮਾ ਦੇ ਨਾਲ। ਆਪਾਂ ਨੂੰ ਬਾਣੀ ਨੇ ਦੱਸਣਾ ਹੈ ਕਿ ਆਪਾਂ ਜਿਹੜੇ ਹੈਗੇ ਸਰੀਰ ਨਹੀਂ ਹੈਗੇ, ਆਪਾਂ ਆਤਮਾ ਹੈਗੇ। ਆਪਾਂ ਜਿਹੜੇ ਹੈਗੇ ਆ ਰਾਈ ਦੇ 10ਵੇਂ ਹਿੱਸੇ ਜਿੰਨੀ ਜੋਤ ਹੈਗੇ ਆ। ਰਾਈ ਦੇ 10ਵੇਂ ਹਿੱਸੇ ਤੋਂ ਵਿੱਚੋਂ ਦੀ ਵੀ ਜਾ ਸਕਦੇ ਆ ਆਪਾਂ, ਉਹ ਹੈਗੇ ਆਪਾਂ। ਉੱਥੋਂ ਯਾਤਰਾ ਸ਼ੁਰੂ ਹੋਈ ਆ, ਉੱਥੇ ਯਾਤਰਾ ਐਂਡ ਹੋਏਗੀ। ਉਹਦੇ ਨਾਲ ਪ੍ਰੀਤ ਲੱਗ ਗਈ। ਲਗੜੀ ਸੁਥਾਨ ਜੋੜਨ ਹਾਰੇ ਜੋੜੀਆ, ਉਹ ਮਾਲਕ ਪਰਮਾਤਮਾ ਨੇ ਮਿਹਰ ਕਰ ਦਿੱਤੀ। ਜੋੜਨ ਹਾਰੇ ਨੇ ਉਹ ਗੁਰੂ ਮਿਲਾ ਦਿੱਤੇ, ਬ੍ਰਹਮ ਗਿਆਨੀ ਮਿਲਾ ਦਿੱਤੇ। ਉਹਨਾਂ ਨੇ ਜਿਹੜਾ ਹੈਗਾ ਗਿਆਨ ਦਿੱਤਾ, ਗਿਆਨ ਦੇ ਕੇ ਦੱਸਿਆ ਵੀ ਤੂੰ ਹੈ ਕੌਣ, ਤੂੰ ਕਰੀ ਕੀ ਜਾ ਰਿਹਾ ਹੈ। ਤੂੰ ਤਾਂ ਆਪਣਾ ਜਿਹੜਾ ਹੈਗਾ ਸਵਾਸ ਜਿਹੜੇ ਹੈਗੇ ਉਹਨਾਂ ਨੂੰ ਅੱਗ ਲਗਾ ਰਿਹਾ ਹੈ। ਆਪਣੇ ਇੰਨੇ ਕੀਮਤੀ ਸਵਾਸ ਜਿਹੜੇ ਹੈਗੇ ਮਾਇਆ ਦੇ ਵਿੱਚ, ਇਹ ਪਦਾਰਥਾਂ ਦੇ ਵਿੱਚ ਜਿਹੜਾ ਹੈਗਾ ਇਹ ਆਪਣੇ ਸਵਾਸ ਜਿਹੜੇ ਹੈਗੇ ਜਾਇਆ ਕਰ ਰਹੇ ਹੈ। ਸੋ ਉਸ ਮਾਲਕ ਪਰਮਾਤਮਾ ਨੇ ਜਿਹੜੀ ਹੈਗੀ ਪ੍ਰੀਤ ਲਗਾ ਦਿੱਤੀ ਆਪਣੇ ਨਾਲ, ਆਤਮਾ ਦੇ ਨਾਲ, ਧਿਆਨ ਸਿਮਰਨ ਦੇ ਦੁਆਰਾ। ਨਾਨਕ ਲਹਿਰੀ ਲੱਖ ਸੈ ਆਨ, ਡੁੱਬਣ ਦੇ ਨਾ ਮਾਂ ਪਿਰੀ। ਹੁਣ ਜਿਹੜਾ ਹੈਗਾ ਲੱਖਾਂ ਸੈਂਕੜੇ, ਕਹਿੰਦੇ ਲੱਖਾਂ ਸੈਂਕੜੇ, ਕਿੰਨੇ ਮਰਜ਼ੀ ਲਹਿਰਾਂ ਆ ਜਾਣ ਹੁਣ, ਕਿੰਨੇ ਮਰਜ਼ੀ ਵਿਚਾਰ ਆ ਜਾਣ ਹੁਣ, ਡੁੱਬਣ ਦੇ ਨਾ ਮਾਂ ਪਿਰੀ। ਮੇਰਾ ਪਿਆਰਾ ਜਿਹੜਾ ਹੈਗਾ ਮੈਨੂੰ ਇਹਨਾਂ ਵਿਚਾਰਾਂ ਦੇ ਵਿੱਚ, ਇਸ ਮਾਇਆ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜਿਹੜਾ ਹੈਗਾ ਮੈਨੂੰ ਨਹੀਂ ਡੁੱਬਣ ਦਿੰਦਾ। ਇਹ ਦੁੱਤਰ ਸੰਸਾਰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਤਰਿਆ ਜਾ ਸਕਦਾ ਹੈ, ਆਤਮਾ ਦੇ ਨਾਲ ਪ੍ਰੀਤ ਪਾਉਣ ਦੇ ਨਾਲ। ਆਤਮਾ ਪਰਮਾਤਮਾ ਤਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੇ ਆਹੀ ਰਸਤਾ ਰੱਖਿਆ ਹੋਇਆ ਹੈ ਨਿਕਲਣ ਦਾ, ਤਰਨ ਦਾ ਸੰਸਾਰ ਸਮੁੰਦਰ ਤੋਂ। ਆਹੀ ਬੇੜੀ ਹੈਗੀ ਹੈ ਪ੍ਰੀਤ। ਲਗੜੀ ਸ਼ਲੋਕ ਮਹੱਲਾ ਪੰਜਵਾਂ। ਲਗੜੀ ਸੋ ਥਾਨ ਜੋੜਨ ਹਾਰੇ ਜੋੜੀਆ, ਨਾਨਕ ਲਹਿਰੀ ਲੱਖ ਸੈ ਆਨ। ਹੋਰ ਡੁੱਬਣ ਦੇ ਨਾ ਮਾਂ ਪਿਰੀ। ਮੇਰਾ ਪਿਆਰਾ ਜਿਹੜਾ ਹੈਗਾ ਨਹੀਂ ਡੁੱਬਣ ਦਿੰਦਾ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਜਿਹੜਾ ਇਹ ਮਨ ਮੇਰਾ ਪਹਿਲਾਂ ਲਹਿਰਾਂ ਦੇ ਵਿੱਚ ਸੀ, ਉਹ ਲੱਖਾਂ ਸੈਂਕੜੇ ਲਹਿਰਾਂ ਦੇ ਵਿੱਚ ਸੀ ਜਿਨ੍ਹਾਂ 'ਚ ਮੈਂ ਡੁੱਬ ਰਿਹਾ ਸੀ। ਤੇ ਕਹਿੰਦੇ ਹੁਣ ਮੈਂ ਉਹਨਾਂ ਤੋਂ ਨਿਕਲ ਗਿਆ। ਉਹ ਕਾਹਦੇ ਨਾਲ ਨਿਕਲ ਗਿਆ? ਕਹਿੰਦੇ ਹੁਣ ਮੇਰੀ ਨਾ ਪ੍ਰੀਤ ਲੱਗ ਗਈ ਹੈ ਉਹਦੇ ਨਾਲ, ਜੋੜਨ ਹਾਰੇ ਨਾਲ। ਉਹ ਐਸੇ ਸੁਥਾਨ ਹੈਗਾ ਜਿਹੜਾ ਐਸਾ ਚੰਗਾ ਟਿਕਾਣਾ, ਐਸਾ ਪਵਿੱਤਰ ਟਿਕਾਣੇ ਤੇ ਮੇਰੀ ਹੁਣ ਜਿਹੜੀ ਸੁਰਤੀ ਹੈ ਉਹ ਉੱਥੇ ਹੁਣ ਜੁੜ ਗਈ ਹੈ। ਤੇ ਉਹ ਜੋੜਨ ਹਾਰੇ ਦੇ ਨਾਲ ਉੱਥੇ ਉਹਨੇ ਜੋੜੀ ਹੈ ਮੇਰੀ। ਉਹਨੇ ਜਦੋਂ ਮੈਂ ਨਿਰਵਿਚਾਰ ਹੋ ਕੇ ਗਿਆ ਤੇ ਉਹ ਮੈਨੂੰ ਉਹਨੇ ਸਾਰੇ ਮੈਨੂੰ ਲਹਿਰਾਂ ਦੇ ਵਿੱਚੋਂ ਕੱਢ ਲਿਆ। ਤੇ ਹੁਣ ਕਹਿੰਦੇ ਮੈਨੂੰ ਡੁੱਬਣ ਨਹੀਂ ਦਿੰਦਾ। ਤੇ ਜਿੰਨੀਆਂ ਬਹੁਤ ਸਾਰੀਆਂ ਲਹਿਰਾਂ ਨੇ ਦੁਨੀਆਂ ਦੀਆਂ, ਦੇਖੋ ਲਹਿਰਾਂ ਜੀ ਤਾਂ ਤੁਰੇ ਫਿਰਦੇ ਅਸੀਂ।
ਇਹ ਬਸ। ਮਨ ਜਿਹੜਾ ਹੈਗਾ ਮਤਲਬ ਗੁਰਬਾਣੀ ਚ ਤੁਕ ਵੀ ਆਉਂਦੀ ਹੈ ਨਾ ਜੀ, ਜਿਚਰ ਮਨ ਇਹ ਮਨ ਲਹਿਰੀ ਹਨਾ? ਲਹਿਰੀ ਵਿੱਚ ਹੈ ਓਮੇ ਬਹੁਤ ਉਹ- ਅਹੰਕਾਰ, ਹਾਂਜੀ सेवा थाए न पवे तिसकी नहीं, शब्दे साध न आवई, नाम न लगे प्यार, सेवा थाए न पवे तिसकी, खप खप होए ख्वार। ਖੁਆਰ ਹੀ नानक, ਹੋ ਰਹੇ ਸੀ। हाँ जी, नानक सेवक सेवक सोई आखिए जो सिर तरे उतार। अपनी मत छੱਡ ਦੇ, ਗੁਰੂ ਦੀ ਮੱਤ ਲੈ ਲੈ। ਬਸ ਤੇ ਆਪਣੇ ਆਪ ਨੂੰ ਵਿੱਚੋਂ ਕੱਢਿਆ ਤੇ ਮੈਂ ਜਦੋਂ ਦੇਖਿਆ ਤੇ ਉਹ ਤਾਂ ਸਾਰਾ ਉਹ ਨਿਰਵਿਚਾਰ ਅਵਸਥਾ 'ਚ ਮਿਲਿਆ ਮੈਨੂੰ ਇਹ ਸਾਰਾ ਕੁਝ। ਅਦਰਵਾਈਜ਼ ਕਿੱਥੇ ਸੀ ਇਹ? ਐਵੇਂ ਹੀ ਲਹਿਰਾਂ 'ਚ ਘੁੰਮੀ ਜਾਂਦਾ ਸੀ, ਆਹ ਕਰ ਲਾਂ ਉਹ ਕਰ ਲਾਂ, ਉਹ ਮੈਨੂੰ ਐ ਕਹੂਗਾ ਮੈਂ ਉਹਨੂੰ ਆਹ ਕਹੂੰਗਾ, ਉਹ ਮੈਨੂੰ ਏਦਾਂ ਕਰੂਗਾ ਮੈਨੂੰ ਏਦਾਂ ਕਹੂਗਾ, ਹੈ ਨਾ ਜੀ। ਆਹ ਮੇਰਾ ਉਹਦਾ, ਉਹ ਮੇਰੇ ਪੈਸੇ, ਆਹ ਮੇਰੇ ਧੀਆਂ ਪੁੱਤਰ, ਆਹ ਮੇਰਾ ਮਤਲਬ ਪਰਿਵਾਰ, ਮੇਰੇ ਦੱਸੋ ਕਿੱਧਰ ਕਿੱਧਰ ਘੁੰਮੀ ਜਾਂਦਾ ਸੀ। ਸੈਂਕੜੇ ਦੇਖੋ, ਆਪਾਂ ਤਾਂ ਗਿਣਤੀ ਨਹੀਂ ਕਰ ਸਕਦੇ ਗੁਰਬਾਣੀ 'ਚ। ਉਹ ਗੁਰੂ ਨਾਨਕ ਸਾਹਿਬ ਆਪਣਾ ਪੰਜਵੀਂ ਪਾਤਸ਼ਾਹੀ ਕਹਿੰਦੇ ਲੱਖ ਸੈਆਨ ਜਿਹੜੇ ਡੋਬ ਰਹੇ ਸੀ ਮੈਨੂੰ, ਬਿਲਕੁਲ ਲੱਖਾਂ ਸੈਂਕੜੇ। ਉਹ ਲਹਿਰਾਂ ਜੋ ਮੈਨੂੰ ਕੱਢ ਲਿਆ, ਹੁਣ ਮੈਂ ਕਹਿੰਦੇ ਉਹ ਨਹੀਂ ਡੁੱਬ ਸਕਦਾ, ਉਹ ਮੈਨੂੰ ਡੁੱਬਣ ਦਿੰਦਾ ਹੀ ਨਹੀਂ ਉਹ ਮਾਲਕ। ਇੰਨੀ ਕਿਰਪਾ ਕਹਿੰਦੇ ਮੇਰੀ ਤੇ ਹੁਣ ਹੋ ਗਈ ਹੈ। ਕਿਉਂ ਹੋਈ? ਕਾਹਦੇ ਨਾਲ? ਤੇ ਮੇਰੀ ਜੁੜਨ ਨਾਲ ਜੋੜਿਆ ਉਹਨੇ ਮੈਨੂੰ। ਉਹ ਐਸਾ ਚੰਗੇ ਸਥਾਨ ਤੇ ਮੈਨੂੰ ਉਹਨੇ ਜੋੜਤਾ ਜਿੱਥੋਂ ਹੁਣ ਮੇਰਾ ਨਿਕਲਣ ਨੂੰ ਦਿਲ ਹੀ ਨਹੀਂ ਕਰਦਾ। ਬਸ ਜੀ ਤੇ ਇਸ ਤੋਂ ਅਗਲਾ ਸ਼ਲੋਕ ਹੁਣ ਦੱਸ ਰਿਹਾ ਭਾਈ ਕਿ ਪ੍ਰੀਤ ਪੈ ਗਈ ਆ ਤੇ ਹੁਣ ਜਿਹੜਾ ਹੈਗਾ ਉਹਦੇ ਵੱਲ ਨੂੰ ਯਾਤਰਾ ਕਿਵੇਂ ਹੋਣੀ ਆ, ਉਸ ਮਾਲਕ ਪਰਮਾਤਮਾ ਦੇ ਵੱਲ ਨੂੰ ਯਾਤਰਾ ਕਿਵੇਂ ਹੋਣੀ ਆ। ਪ੍ਰੀਤ ਪਾਤੀ ਗੁਰੂ ਨੇ ਜਿਹੜਾ ਹੈਗਾ ਯਾਤਰਾ ਕਰਨਾ ਵੀ ਦੱਸ ਦਿੱਤਾ। ਅਗਲਾ ਸ਼ਲੋਕ ਦੱਸ ਰਿਹਾ ਆਪਾਂ ਨੂੰ, ਮਹੱਲਾ ਪੰਜਵਾਂ, ਬਨੇ ਵੀ ਹਾਵਲੇ ਹਿੱਕ ਸਾਥੀ ਲੱਧਮ, ਦੁੱਖ ਹਰਤਾ ਹਰ ਨਾਮਾ ਆ ਲਓ। ਇਹ ਸੰਸਾਰ ਸਮੁੰਦਰ ਜਿਹੜਾ ਹੈਗਾ, ਇਹ ਬੰਨ ਜਿਹੜਾ ਹੈਗਾ, ਡਰਾਵਣਾ ਬੰਨ ਜਿਹੜਾ ਹੈਗਾ, ਸਵਾਦਾਂ ਦਾ, ਵਿਸ਼ੇ ਵਿਕਾਰਾਂ ਦਾ, ਭੋਗਾਂ ਦਾ ਇੰਨਾ ਡਰਾਵਣਾ ਬੰਨ ਹੈ ਜਿੱਥੇ ਕਿ ਰਾਹ ਹੀ ਨਹੀਂ ਲੱਭਦਾ, ਔਰ ਆਪਾਂ ਇਹਦੇ ਵਿੱਚ ਹੀ ਗਲਤਾਨ ਹੋ ਜਾਂਦੇ। 84 ਲੱਖ ਜੂਨਾਂ ਇਹਦੇ ਵਿੱਚੇ ਪਈਆਂ ਬੰਨ ਦੇ, ਇੱਥੇ ਹੀ ਜਿਹੜਾ ਹੈਗਾ ਆਪਾਂ ਘੁੰਮੀ ਜਾਂਦੇ ਹਾਂ। ਬਨੇ ਵੀ ਹਾਵਲੇ, ਇਹਦੇ ਵਿੱਚ ਹੀ, ਇਹ ਡਰਾਵਣੇ ਬੰਨ ਦੇ ਵਿੱਚ, ਸੰਸਾਰ ਦੇ ਵਿੱਚ ਹੀ ਹਿੱਕ ਸਾਥੀ ਲੱਧਮ, ਇੱਕ ਮੈਨੂੰ ਸਾਥੀ ਮਿਲ ਗਿਆ। ਇਹ ਪੋਠਵਾਰੀ ਬੋਲੀ ਹੈ, ਸਿੰਧੀ ਬੋਲੀ। ਬਨੇ ਵੀ ਹਾਵਲੇ ਹਿੱਕ ਸਾਥੀ ਲੱਧਮ, ਦੁੱਖ ਹਰਤਾ ਹਰ ਨਾਮਾ। ਕੀ ਸਾਥੀ ਹੈ? ਪਰਮੇਸ਼ਰ ਦਾ ਨਾਮ, ਦੁੱਖਾਂ ਨੂੰ ਹਰਨ ਵਾਲਾ ਪਰਮੇਸ਼ਰ ਦਾ ਨਾਮ, ਧਿਆਨ ਸਿਮਰਨ। ਆ ਹੈਗੀ ਯਾਤਰਾ। ਉਹ ਪ੍ਰੀਤ ਪੈ ਗਈ ਤੇ ਹੁਣ ਯਾਤਰਾ ਸ਼ੁਰੂ ਹੋ ਗਈ। ਆ ਹੈਗੀ ਯਾਤਰਾ ਜਿਹੜੀ ਜਾਂਦੀ ਹੈ ਆਤਮਾ ਵੱਲ। ਬਨੇ ਵੀ ਹਾਵਲੇ ਹਿੱਕ ਸਾਥੀ ਲੱਦਮ, ਦੁੱਖ ਹਰਤਾ ਹਰ ਨਾਮਾ, ਬਲ ਬਲ ਜਾਈ ਸੰਤ ਪਿਆਰੇ, ਨਾਮ ਨਾਨਕ ਪੂਰਨ ਕਾਮਾ। ਉਹ ਮਾਲਕ ਪਰਮਾਤਮਾ ਨੇ ਸੰਤ ਪਿਆਰੇ ਨੂੰ, ਗੁਰੂ ਨੂੰ, ਬ੍ਰਹਮ ਗਿਆਨੀਆਂ ਨੂੰ ਮਿਲਾ ਦਿੱਤਾ ਤੇ ਕਹਿੰਦੇ ਬਲਿਹਾਰ ਜਾਵਾਂ ਮੈਂ ਐਸੇ ਬ੍ਰਹਮ ਗਿਆਨੀਆਂ ਤੋਂ ਜਿਨ੍ਹਾਂ ਨੇ ਮੈਨੂੰ ਐਸਾ ਗਿਆਨ ਦਿੱਤਾ। ਉਹਨਾਂ ਦੇ ਕੰਮ ਪੂਰੇ ਆ ਭਾਈ, ਉਹਨਾਂ ਦੇ ਕੰਮ ਪੂਰੇ ਆ। ਪ੍ਰੀਤ ਪਾਤੀ, ਉਸ ਤੋਂ ਬਾਅਦ ਜਿਹੜਾ ਹੈਗਾ ਮਾਲਕ ਪਰਮਾਤਮਾ ਵੱਲ ਨੂੰ ਯਾਤਰਾ ਕਰਵਾ ਦਿੱਤੀ। ਹਾਂਜੀ ਸੁਖਵਿੰਦਰ ਜੀ। ਹਾਂਜੀ ਉਹ ਠੀਕ ਹੈ ਜੀ, ਬਿਲਕੁਲ। ਉਹ ਕਹਿੰਦੇ ਜੀ ਪਹਿਲਾਂ ਮੇਰੀ ਉਹ ਜਿੱਦਾਂ ਮੇਰੀ ਲਿਵ ਲੱਗੀ, ਸਾਰੇ ਮੈਨੂੰ ਲਹਿਰਾਂ ਚੋਂ ਕੱਢਿਆ ਤੇ ਫਿਰ ਮੇਰੀ ਕਹਿੰਦੇ ਹੁਣ ਉੱਥੇ ਹੀ ਬਸ ਮੈਂ ਹੁਣ ਉੱਥੇ ਟਿਕ ਗਿਆ। ਉਹ ਜਿਹੜਾ ਇਹ ਜੰਗਲ ਸੀ, ਇਹ ਬਹੁਤ ਡਰਾਉਣਾ ਜੰਗਲ, ਇਹ ਦੁਨੀਆ, ਸੰਸਾਰ, ਸਮੁੰਦਰ, ਉਹ ਉੱਥੇ ਕਹਿੰਦੇ ਉਸ ਨਾਮ ਨੇ, ਹਰ ਨਾਮ, ਉਹਨੇ ਕੀ ਕੀਤੇ? ਮੇਰੇ ਸਾਰੇ ਦੁੱਖ ਹਰ ਲਏ। ਦੁੱਖ ਹੀ ਹੈ ਜਨਮ ਮਰਨ ਦਾ ਦੁੱਖ ਸਭ ਤੋਂ ਵੱਡਾ। ਉਹਨੇ ਸਾਰੀ ਐਸਾ ਸਾਥੀ ਲੱਭ ਗਿਆ ਹੁਣ ਮੈਨੂੰ ਹੁਣ ਕੋਈ ਡਰ ਭੈ ਨਿਰਭਉ ਪਦ ਆ ਗਿਆ। ਮੈਨੂੰ ਹੁਣ ਕੋਈ ਡਰ ਹੀ ਨਹੀਂ ਹੈ। ਉਹ ਇਸ ਸੰਸਾਰ ਸਮੁੰਦਰ ਚੋਂ ਹੁਣ ਮੈਂ ਬਾਹਰ ਹੈਗਾ। ਉਹ ਹੋਇਆ ਕਿੱਦਾਂ? ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ। ਕਹਿੰਦੇ ਹੋਇਆ ਹੈ ਮੇਰਾ ਉਹਨਾਂ ਮੇ ਮਤਲਬ ਜਿਹੜੇ ਸੰਤ ਪਿਆਰੇ ਗੁਰੂ ਰੂਪ ਜਿਹੜੇ ਹੈਗੇ, ਜਿਨ੍ਹਾਂ ਨੇ ਮੈਨੂੰ ਇਹ ਵਿਧੀ ਦੱਸੀ। ਮੈਂ ਤਾਂ ਬਲ ਬਲ ਜਾ ਰਿਹਾ ਉਹਨਾਂ ਤੋਂ, ਜਿਨ੍ਹਾਂ ਨੇ ਇਸ ਮੇਰੇ ਕੰਮ ਨੂੰ ਪੂਰਾ ਕਰਨ 'ਚ ਮੇਰੀ ਸਪੋਰਟ ਕੀਤੀ। ਮੈਨੂੰ ਉਹਨਾਂ ਨੇ ਵਿਧੀ ਦੱਸੀ। ਉਹ ਐਸਾ ਸਾਥੀ ਮੈਨੂੰ ਲੱਭ ਗਿਆ। ਦੇਖੋ ਹੁਣ ਮੈਨੂੰ ਕਹਿੰਦੇ ਬਸ ਉਹ ਸਾਰੇ ਮੇਰੇ ਦੁੱਖ ਜਿਹੜੇ ਹੈ ਉਹ ਦੂਰ ਹੋ ਗਏ। ਤੇ ਉਹ ਵੀ ਇਹ ਵੀ ਗੱਲ ਹੈ, ਅੱਜ ਦੁਪਹਿਰੇ ਉਹ ਜਿਹੜੀ ਚੱਲ ਰਹੀ ਸੀ ਕਥਾ, ਉਹ ਕਹਿੰਦੇ ਮੈਂ ਨਰਕਾਂ ਚੋਂ ਬਚ ਗਿਆ। ਉਹ ਨਰਕ ਕੀ ਹੈ? ਆਹੀ ਤਾਂ ਨਰਕ ਹੈ, ਜਨਮ ਮਰਨ ਦਾ ਗੇੜ ਹੈ ਜਿਹੜਾ 84 ਲੱਖ ਜੂਨਾਂ। ਬਿਲਕੁਲ ਇਹ ਨਰਕ ਤੇ ਨਰਕ, ਹੋਰ ਨਰਕ ਚ ਡਿੱਗਣੋਂ ਮੈਂ ਬਚ ਗਿਆ ਬਸ। ਇੰਨੀ ਗੇੜ ਜੀ। ਅੱਗੇ ਪੌੜੀ ਆ ਗਈ। ਪੌੜੀ, ਪਾਈਨ ਸਭੇ ਨਿਧਾਨ ਤੇਰਾ ਰੰਗ ਰਤਿਆਂ।
ਗੱਗੇ ਦੀ ਸਿਆਰੀ ਆ। ਬਸ ਪਰਮੇਸ਼ਰ ਦੇ ਰੰਗ ਦੇ ਵਿੱਚ ਹੁਣ ਜਿਉਂ-ਜਿਉਂ ਜਿਹੜਾ ਹੈਗਾ ਭਗਤੀ ਕਰ ਰਿਹਾ, ਨਾਮ ਦੇ ਨਾਲ ਜਿਹੜਾ ਹੈਗਾ ਜੁਟ ਗਿਆ ਅਭਿਆਸੀ, ਉਹ ਪ੍ਰੀਤ ਜਿਹੜੀ ਹੋਰ ਵਧੀ ਜਾ ਰਹੀ ਆ, ਉਹ ਰੰਗ ਦੇ ਵਿੱਚ ਰਤਿਆ ਜਾ ਰਿਹਾ ਹੈ। ਕਹਿੰਦੇ ਸਾਰੇ ਦੇ ਸਾਰੇ ਖਜ਼ਾਨੇ ਜਿਹੜੇ ਹੈਗੇ ਪ੍ਰਾਪਤ ਹੋ ਜਾਂਦੇ ਆ। ਪਾਈਆਂ ਸਭੇ ਨਿਦਾਨ ਤੇਰੇ ਰੰਗ ਰਤਿਆਂ, ਨਾ ਹੋਵੀ ਪਛੋਤਾਓ ਤੁਧਨੋਂ ਜਪਤਿਆਂ। ਧਿਆਨ ਸਿਮਰਨ ਕਰਦਿਆਂ ਮਾਲਕ ਪਰਮਾਤਮਾ ਨੂੰ ਯਾਦ ਕਰਦਿਆਂ ਕਹਿੰਦੇ ਪਛਤਾਉਣਾ ਨਹੀਂ ਪਊਗਾ ਮਨੁੱਖੀ ਜੀਵਨ ਖੁੱਸ ਜਾਣ ਤੋਂ ਬਾਅਦ। ਗੋਰਖੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਜਰ ਸਾਹਿਬ ਇਮਤਿਹਾਨ ਤੇ ਵੱਧਦਾ ਹੀ ਜਾ ਰਿਹਾ ਮੇਰਾ। ਨਹੀਂ ਕੋਈ ਨਹੀਂ, ਆਪ ਕੰਟੀਨਿਊ ਕਰੋ ਪਲੀਜ਼। ਜਿਹੜੇ ਆਪਾਂ ਨੇ ਸ਼ਲੋਕ ਲਿਆ ਸੀ 7ਵਾਂ ਸ਼ਲੋਕ, ਉਹਦੀ ਪੌੜੀ ਲੈ, ਉਹਦੇ ਵਾਸਤੇ ਪਹਿਲਾਂ ਸ਼ਲੋਕ ਲਏ ਸੀ 2, ਤੇ ਉਹਦੇ ਵਿੱਚ ਪਹਿਲੇ ਸ਼ਲੋਕ 'ਚ ਮਹਾਰਾਜ ਨੇ ਦੱਸਿਆ ਸੀ ਆਪਾਂ ਨੂੰ ਬਈ ਮੇਰੀ ਪ੍ਰੀਤ ਜਿਹੜੀ ਹੈਗੀ ਆ ਬਿਲਕੁਲ ਸਹੀ ਜਗ੍ਹਾ ਦੇ ਉੱਤੇ ਜੋੜ ਦਿੱਤੀ। ਮੇਰੀ ਪ੍ਰੀਤ ਲੱਗ ਗਈ, ਮੇਰੀ ਪ੍ਰੀਤ ਉਸ ਮਾਲਕ ਪਰਮਾਤਮਾ ਦੇ ਨਾਲ ਮੇਰੀ ਪ੍ਰੀਤ ਲੱਗ ਗਈ। ਜੋੜਨਹਾਰੇ ਨੇ ਜੋੜ ਦਿੱਤੀ, ਲੱਗੜੀ ਸੁਥਾਨ, ਬਿਲਕੁਲ ਸਹੀ ਜਗ੍ਹਾ ਤੇ ਪ੍ਰੀਤ ਲੱਗ ਗਈ। ਜੋੜਨਹਾਰੇ ਜੋੜਿਆ, ਜੋੜਨਹਾਰੇ ਮਾਲਕ ਪਰਮਾਤਮਾ ਨੇ ਜੋੜ ਦਿੱਤੀ। ਨਾਨਕ ਲਹਿਰੀ ਲੱਖ ਸਹਿਆਨ, ਡੁੱਬਣ ਦੇਣਾ ਮਾਂ ਪਰੀ। ਲੱਖਾਂ ਹੀ ਲਹਿਰਾਂ ਹੈਗੀਆਂ, ਹੁਣ ਲੱਖਾਂ ਲਹਿਰਾਂ ਆ ਵਿਸ਼ੇ ਵਿਕਾਰਾਂ ਦੀਆਂ, ਸਵਾਦਾਂ ਦੀਆਂ। ਕਹਿੰਦੇ ਮੇਰਾ ਪਿਆਰਾ ਜਿਹੜਾ ਹੈਗਾ ਡੁੱਬਣ ਨਹੀਂ ਦਿੰਦਾ ਮੈਨੂੰ ਲਹਿਰਾਂ ਦੇ ਵਿੱਚ, ਉੱਪਰ ਉੱਪਰ ਤਰਦਾ ਆ, ਲਹਿਰਾਂ ਦੇ ਵਿੱਚ ਹੀ ਰਹਿ ਕੇ ਉੱਪਰ ਉੱਪਰ ਤਰੀ ਜਾਣਾ ਹੈ ਮੈਂ। ਨਾਨਕ ਲਹਿਰੀ ਲੱਖ ਸਹਿ ਆਨ, ਡੁੱਬਣ ਦੇਣਾ ਮਾਂ ਪਿਰੀ। ਮਾਂ ਪਿਰੀ ਮੇਰਾ ਪਿਆਰਾ ਨਹੀਂ ਡੁੱਬਣ ਦਿੰਦਾ ਮੈਨੂੰ। ਇੱਕ ਤਾਂ ਇਹ ਸ਼ਲੋਕ ਸੀਗਾ ਗੁਰਕੀ ਸਾਹਿਬ। ਦੂਸਰਾ ਸ਼ਲੋਕ ਸੀਗਾ ਮਹਲਾ 5ਵਾਂ, ਬਨੇ ਬਿਹਾਵਲੇ ਇੱਕ ਸਾਥੀ ਲੱਦਮ। ਇਸ ਪ੍ਰੀਤ ਤੋਂ ਬਾਅਦ ਕੀ ਹੋਇਆ? ਕਹਿੰਦੇ ਸੰਸਾਰ ਜਿਹੜਾ ਬਨ ਹੈਗਾ ਬੜਾ ਡਰਾਉਣਾ, ਬਿਹਾਵਲਾ ਬਨ ਹੈਗਾ। ਬਨ ਦੇ ਵਿੱਚ ਇਹ ਡਰਾਉਣੇ ਸੰਸਾਰ ਦੇ ਵਿੱਚ ਹੀ ਮੈਨੂੰ ਇੱਕ ਸਾਥੀ ਲੱਭ ਗਿਆ। ਇੱਕ ਸਾਥੀ ਲੱਦਮ, ਕਿਹੜਾ ਸਾਥੀ? ਦੁੱਖ ਹਰਤਾ, ਦੁੱਖ ਮੇਰੇ ਹਰਨ ਕਰਨ ਵਾਲਾ। ਕੌਣ? ਹਰਨਾਮਾ, ਪਰਮੇਸ਼ਰ ਦਾ ਨਾਮ, ਭਗਤੀ, ਧਿਆਨ ਸਿਮਰਨ। ਬਲਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ। ਬਲਿਹਾਰ ਜਾਵਾਂ ਐਸੇ ਸੰਤਾਂ ਤੋਂ, ਐਸੇ ਬ੍ਰਹਮ ਗਿਆਨੀਆਂ ਤੋਂ ਜਿਨ੍ਹਾਂ ਨੇ ਮੈਨੂੰ ਆ ਸਾਥੀ ਲਭਾਤਾ ਤੇ ਮੇਰੀ ਪ੍ਰੀਤ ਜਿਹੜੀ ਹੈ ਮਾਲਕ ਪਰਮਾਤਮਾ ਦੇ ਨਾਲ ਪਾ ਦਿੱਤੀ। ਐਸੇ ਸੰਤਾਂ ਦੇ ਤਾਂ ਜਿਹੜੇ ਹੈਗੇ ਕਹਿੰਦੇ ਪੂਰਨ ਕਾਮਿਆ ਭਾਈ, ਪੂਰਨ ਸੰਤਾਂ ਦੇ ਪੂਰਨ ਕੰਮ ਹੈਗੇ ਆ। ਦੋਨੋਂ ਚੀਜ਼ਾਂ ਉਹਨਾਂ ਨੇ ਜਿਹੜੇ ਹੈਗੇ, ਇੱਕ ਪਰਮਾਤਮਾ ਦੇ ਨਾਲ ਪਿਆਰ ਪਾ ਦੇਣਾ, ਇੱਕ ਧਿਆਨ ਸਿਮਰਨ ਦੇ ਦੇਣਾ ਹੈ। ਇਸ ਤੋਂ ਅੱਗੇ ਗੋਰਖੀ ਸਾਹਿਬ ਪੌੜੀ ਹੈਗੀ, ਤੁਸੀਂ ਕੋਈ ਕਮੈਂਟ ਕਰਨਾ ਤੇ ਇਹਦੇ ਉੱਤੇ ਦੋ ਸ਼ਲੋਕਾਂ। ਹਾਂਜੀ ਹਾਂਜੀ, ਇੱਕ ਮਿੰਟ ਰੁਕ ਜਾਓ, ਫਿਰ ਜ਼ਿਆਦਾ ਹੋ ਜਾਏਗਾ। ਹਾਂਜੀ ਹਾਂਜੀ। ਕਹਿੰਦੇ ਕਿ ਸਭ ਤੋਂ ਪਹਿਲਾਂ ਤੇ ਗੱਲ ਇਹ ਦੇਖੋ, ਚੀਜ਼ ਜੁੜ ਗਈ ਆ। ਜੁੜਨਾ ਕਿੱਥੇ ਆ? ਆਤਮਾ ਦੇ ਨਾਲ। ਠੀਕ ਹੈ, ਹਾਂ। ਕੋਈ ਉੱਥੇ ਕੋਈ ਚੀਜ਼ ਨਹੀਂ ਹੈ, ਕੋਈ ਫੈਵੀਕਵਿਕ ਦਾ ਜੋੜ ਲਾਉਣਾ ਆਪਾਂ। ਅਸੀਂ ਆਪਣੀ ਆਤਮਾ ਦੇ ਨਾਲ ਜੁੜਨਾ ਹੈ। ਸੁਰਤ ਉਹਦੇ ਵਿੱਚ ਬਾਣੀ ਚ ਕਤੋਕ ਆਉਂਦੀ ਆ, ਪਰਮੇਸ਼ਰ ਦੇ ਭੁੱਲਿਆ ਤੇ ਵਿਆਪਨ ਸਭੇ ਰੋਗ। ਜਦੋਂ ਆਪਾਂ ਆਪਣੀ ਆਤਮਾ ਤੋਂ ਆਪਣੇ ਆਪ ਨੂੰ ਅਲੱਗ ਕਰ ਲੈਂਦੇ ਹਾਂ ਤੇ ਅਸੀਂ ਬਹੁਤ ਛੋਟੀ ਇੱਕ ਇਕਾਈ ਬਣ ਜਾਂਦੇ ਹਾਂ, ਤੇ ਫਿਰ ਸਾਨੂੰ ਮਤਲਬ ਕਾਫੀ ਮੁਸ਼ਕਲਾਂ ਹੋ ਜਾਂਦੀਆਂ ਨੇ। ਫਿਰ ਉਹ ਜੀਵਨ ਚ ਬੜਾ ਬੋਝ ਪੈ ਜਾਂਦਾ। ਇੱਥੇ ਉਹ ਕਹਿ ਰਹੇ ਨੇ ਕਿ ਜੋੜ ਦਿੱਤਾ ਜੀ। ਕਿੰਨੇ ਜੋੜਿਆ? ਜਿਹੜਾ ਜੋੜਨ ਹਾਰ ਹੈ, ਜਿਹੜਾ ਜੋੜਨ ਹਾਰ ਹੈ, ਬਿਲਕੁਲ ਉਸਨੇ ਜੋੜਿਆ ਜੀ, ਕਿਸੇ ਬੰਦੇ ਨੇ ਨਹੀਂ ਜੋੜਿਆ। ਇਹ ਪਲੀਜ਼ ਕਲੀਅਰ ਕਰ ਲਓ ਚੀਜ਼ਾਂ। ਇੱਥੇ ਨੁਕਤੇ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਫਿਰ ਕਹਿੰਦੇ ਨਾਨਕ ਲਹਿਰੀ ਲੱਖ ਸਹਿ ਆਨ ਡੁੱਬੇ, ਡੁੱਬਣ ਦੇਣਾ ਮਾਂ ਪੀਰੀ। ਨਾਨਕ ਲਹਿਰੀ ਲੱਖ ਸਹਿ ਆਨ ਤੱਕ ਜਾਵਾਂਗੇ। ਆਨ ਮਤਲਬ ਹੋਰ ਲੱਖਾਂ ਹੀ ਲਹਿਰਾਂ ਹੈਗੀਆਂ, ਲੱਖਾਂ ਸੈਂਕੜੇ ਲਹਿਰਾਂ ਹੈਗੀਆਂ, ਪਰ ਮੇਰਾ ਪਿਆਰਾ ਜਿਹੜਾ ਡੁੱਬਣ ਨਹੀਂ ਦਿੰਦਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਹੁਣ ਲਹਿਰਾਂ ਤੁਹਾਨੂੰ ਪਤਾ ਹੀ ਹੈ, ਤੁਸੀਂ ਅੱਖਾਂ ਖੋਲ ਕੇ ਦੇਖੋ। ਜਿੰਨਾ ਤੂਫਾਨ ਆਇਆ ਹੋਇਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ, ਇੱਕ ਛਣ ਵੀ ਤੁਸੀਂ ਕਰਮ ਕਰਨ ਤੋਂ ਬਿਨਾਂ ਨਹੀਂ ਰਹਿ ਸਕਦੇ। ਇੱਕ ਛਣ
ਤੁਸੀਂ ਕੁਝ ਵੀ ਨਹੀਂ ਕਰ ਰਹੇ, ਫਿਰ ਵੀ ਤੁਸੀਂ ਕਰਮ ਕਰ ਰਹੇ ਜੋ। ਆਪ ਜਸਟ ਸੋਚੋ, ਤੁਸੀਂ ਕੁਝ ਵੀ ਨਹੀਂ ਕਰ ਰਹੇ, ਤੁਸੀਂ ਕਹੋਗੇ ਏਦਾਂ ਕਿੱਦਾਂ, ਅਸੀਂ ਤੇ ਬੈਠੇ ਹਾਂ। ਤੁਸੀਂ ਬੈਠੇ ਹੀ ਕੁਝ ਕਰੀ ਜਾਂਦੇ। ਜਿਹੜਾ ਕਿਸੇ ਨੂੰ ਮਾਰ ਦੇਣਾ ਉਹ ਤੇ ਕਰਮ ਹੈਗਾ ਹੀ ਹੈਗਾ। ਕਿਸੇ ਦੇ ਬਾਰੇ ਮਾੜਾ ਸੋਚ ਲੈਣਾ ਵੀ ਇਹ ਵੀ ਇੱਕ ਕਰਮ ਆ। ਜਿਹੜਾ ਆਪਾਂ ਆਪਣੇ ਅੰਦਰ ਬੈਠੇ ਰਹਿੰਦੇ ਆ ਤੇ ਆਪਣੇ ਅੰਦਰ ਕਿਸੇ ਪ੍ਰਤੀ ਈਰਖਾ ਕਰਦੇ ਆ, ਫਿਰ ਸੋਚਦੇ ਆ ਕਿ ਰੱਬ ਕਰੇ ਇੰਝ ਹੋ ਜੇ, ਜਾਂ ਉਹਨੂੰ ਇੰਝ ਹੋ ਜੇ, ਜਾਂ ਫਲਾਨਾ ਬੰਦਾ ਉਹਨੂੰ ਇੰਝ ਕਰ ਦੇ। ਇਹ ਵੀ ਕਾਈਂਡ ਆਫ ਤੁਸੀਂ ਉੱਥੇ ਉਸ ਕਰਮ ਨੂੰ ਕਰ ਰਹੇ ਜੋ। ਤੁਹਾਡੇ ਚਿੱਤ ਦੇ ਅੰਦਰ ਇਹਦੀ ਹਲਚਲ ਪੈਦਾ ਹੋ ਰਹੀ, ਤੁਹਾਡੇ ਚਿੱਤ ਦੇ ਵਿੱਚ ਪ੍ਰੋਬਲਮ ਹੋ ਰਹੀ। ਇਸੇ ਕਰਕੇ ਕਹਿੰਦੇ ਆ ਕਿ ਮੈਨੂੰ ਕਈ ਵੇਲੇ ਤੇ ਸਾਈਕਲ ਸੂਕਲ ਲੋਕੀ ਲੈ ਕੇ ਜਾਂਦੇ ਨੇ, ਉਹ ਤੇ ਮਾੜਾ ਜਿਹਾ ਸਪਰਿੰਗ ਆ, 5-7 ਰੁਪਏ ਦਾ ਸਪਰਿੰਗ ਆ, ਉਹ ਨਹੀਂ ਪਾਉਂਦੇ, ਉਹਦਾ ਕੈਰੀਅਰ, ਉਹਦਾ ਥੋੜਾ ਸਟੈਂਡ ਉਹ ਥੱਲੇ ਠੱਕ 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 ਮਾਰਦਾ ਤੁਰਿਆ ਜਾਂਦਾ। ਠੀਕ ਆ, ਬਹੁਤ ਗਰੀਬੀ ਆ, ਪਰ ਇਹ ਚੀਜ਼ਾਂ ਦੇ ਨਾਲ ਤੁਹਾਡੀ ਗਰੀਬੀ ਦੂਰ ਨਹੀਂ ਹੋ ਚੱਲੀ। ਇਹ ਤੁਸੀਂ ਕੋਈ ਚੀਜ਼ ਹੈ, ਤੁਹਾਡਾ ਕਮੀਜ਼ ਆ, ਉੱਥੇ ਕੋਈ ਬਟਨ ਵੀ ਟੁੱਟਾ ਨਾ, ਉਹ ਵੀ ਮਾੜੀ ਚੀਜ਼ ਆ, ਕੰਪਲੀਟ ਕਰੋ ਉਹਨੂੰ। ਟੁੱਟੀ ਭੱਡੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਚੁੱਕ ਕੇ ਬਾਹਰ ਸੁੱਟੋ, ਜੇ ਨਹੀਂ ਲੋੜ ਹੈ ਤਾਂ ਕਬਾੜ ਚੁੱਕ ਕੇ ਬਾਹਰ ਸੁੱਟੋ, ਘਰੇ ਗੰਦਮੰਦ ਨਹੀਂ ਰੱਖਣਾ। ਇਹ ਤੁਹਾਡੇ ਚਿੱਤ ਦੇ ਵਿੱਚ ਡਿਸਟਰਬੈਂਸ ਪੈਦਾ ਹੁੰਦੀ ਹੈ। ਕੋਸ਼ਿਸ਼ ਕਰੋ ਉਹਨੂੰ ਚੀਜ਼ ਨੂੰ ਰਿਪੇਅਰ ਕੀਤਾ ਜਾਵੇ। ਕਿਉਂ? ਕਿਉਂਕਿ ਇਹ ਸਭ ਕੀ ਕਹਿ ਸਕਦਾ ਹੈ, ਆਲਸ ਹੈ। ਆਲਸ ਸਮਝਦੇ ਜੋ? ਆਲਸ, ਜਦੋਂ ਇਨਸਾਨ ਦੋ ਕਿਸਮ ਦੇ ਆਲਸ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ, ਇੱਕ ਤੇ ਸਰੀਰਕ ਹੁੰਦਾ, ਇੱਕ ਮਾਨਸਿਕ। ਤੇ ਜਿਹੜਾ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਉਹ ਕਹਿੰਦੇ ਨੇ ਕਿ ਕੱਲ ਦੇਖਿਆ ਬਾਣੀ ਚ ਉਹ ਕਹਿੰਦੇ ਸੀ ਕਿ ਮੈਂ ਭਗਤੀ ਸ਼ੁਰੂ ਕਰਤੀ ਹੈ। ਕਹਿਣ ਤੋਂ ਭਾਵ ਹੈ ਕਿ ਨਿਜਰ ਸਾਹਿਬ ਕਹਿੰਦੇ ਮੈਂ ਆਲਸ ਦਾ ਤਿਆਗ ਕਰ ਦਿੱਤਾ। ਹੁਣ ਇਹ ਵੀ ਆਲਸ ਆ। ਬਿਲਕੁਲ। ਨਾਮ ਨੂੰ, ਭਗਤੀ ਨੂੰ ਪੋਸਟਪੋਨ ਹੁਣ ਬੁਢਾਪੇ 'ਚ ਕਰੂੰਗਾ। ਉਹ ਭੋਲਿਆ, ਤੂੰ ਬੁਢਾਪੇ 'ਚ ਕਰ ਲੇਗਾ, ਸਾਨੂੰ ਵੀ ਪਤਾ ਹੈ, ਪਰ ਪਤਾ ਹੈ ਕਿ ਤੇਰੇ ਤੇ ਬੁਢਾਪਾ ਆਉਣਾ ਹੈ, ਕਿ ਤੂੰ ਪਹਿਲੇ ਨਹੀਂ 9 ਤੋਂ 11 ਹੋ ਜਾਣਾ ਮੂਸੇ ਵਾਂਗੂ। ਹਾਂ, ਸਿੱਧੂ ਮੂਸੇ ਵਾਲੇ ਵਾਂਗੂ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ। ਕੋਈ ਪਤਾ ਲੱਗਣ ਦੇ ਇੱਥੇ ਕਿਹੜੇ, ਇੱਥੇ 40-50 ਦੇ ਮੇਰੇ ਸਾਹਮਣੇ ਗੁਰਦੁਆਰਾ ਨਾਲ ਹੀ ਬਾਬੇ ਸ਼ਹੀਦਾਂ ਦੇ ਮੜੀਆਂ ਹੈਗੀਆਂ, 40-50-60-70 ਬੰਦੇ, 100 ਬੰਦਾ ਤੇ ਆਮ ਹੀ ਇੱਥੇ ਜਾਂਦਾ ਰੋਜ਼ ਦਾ। ਤੇ ਇੱਕ ਪਰੇ ਹੈਗੀਆਂ ਤੇ ਪਿੰਡਾਂ 'ਚ ਵੀ ਲੋਕ ਜਾਂਦੇ ਨੇ। ਇਹਦੇ ਕੋਈ ਗਰੰਟੀ ਨਹੀਂ ਹੈਗੀ ਜੀ। ਇਸ ਕਰਕੇ ਕਹਿੰਦੇ ਸੀ ਗੁਰੂ ਜੀ ਕੱਲ ਸਾਨੂੰ ਸਮਝਾਏ ਸੀ ਕਿ ਮੈਂ ਹੁਣ ਆਲਸ ਦਾ ਤਿਆਗ ਕਰ ਦਿੱਤਾ ਹੈ, ਤੇ ਬਈ ਹੁਣ ਮੈਂ ਮਾਰਗ ਦਰਸ਼ਨ ਕਰਨਾ ਹੈ, ਫਿਰ ਇਹ ਦੁਰਗਤੀ ਕਰਨੀ ਹੈ। ਫਿਰ ਮਾਰਗ ਜਿਹੜਾ, ਫਿਰ ਮੈਂ ਗੁਰੂ ਜੀ ਤੋਂ ਡਿਮਾਂਡ ਕੀਤੀ ਵੀ ਮੇਰਾ ਮਾਰਗ ਵੀ ਦਰਸ਼ਨ ਕਰੋ। ਫਿਰ ਗੁਰੂ ਨੇ ਦਰਸ਼ਨ, ਪ੍ਰਮਾਤਮਾ ਨੇ ਜਦੋਂ ਦਰਸ਼ਨ ਕਰਾਇਆ ਮਾਰਗ, ਤੇ ਫਿਰ ਕੀ ਹੋਇਆ? ਫਿਰ ਜੀਵਨ 'ਚ ਪ੍ਰਕਾਸ਼ ਹੋ ਗਿਆ, ਜੀਵਨ 'ਚ ਆਨੰਦ ਆ ਗਿਆ, ਸੱਚਾਈ ਆ ਗਈ, ਨਿਰਭਉ ਹੋ ਗਿਆ। ਸੋ ਇਹ ਸਾਰੀਆਂ ਖੂਬੀਆਂ ਤੁਹਾਡੇ 'ਚ ਆਉਣੀਆਂ ਨੇ। ਸੋ ਸਭ ਤੋਂ ਪਹਿਲਾਂ ਇੱਕ ਤੇ ਸਰੀਰਕ ਤੇ ਆਲਸ ਹੁੰਦਾ, ਇੱਕ ਮਾਨਸਿਕ ਆਲਸ ਹੁੰਦਾ। ਸਰੀਰਕ ਆਲਸੀ ਜਿਹੜੇ ਬੰਦੇ ਹੁੰਦੇ ਨਾ, ਉਹ ਬੰਦੇ ਕੰਮ ਨਹੀਂ ਕਰਦੇ। ਉਹ ਸੋਚਦੇ ਆ ਕਿ ਰੱਬਾ ਝੂਠ ਹੋ ਜੇ, ਪਰ ਤੁਸੀਂ ਕੁਛ ਵੀ ਨਹੀਂ ਕਰੋਗੇ ਤੇ ਹੋਣਾ ਵੀ ਕੁਛ ਨਹੀਂ, ਰੋਟੀ ਵੀ ਨਹੀਂ ਪੱਕਣੀ ਉੱਥੋਂ ਤੱਕ। ਨਿਜਰ ਸਾਹਿਬ ਬਿਲਕੁਲ। ਇਹ ਤੇ ਬਈ ਤੁਹਾਨੂੰ ਆਪਣੇ ਆਪ ਨੂੰ ਸਵੇਰੇ ਕੱਲ ਵੀ ਸ਼ੇਰਾ ਤਿਆਰ ਹੋ, ਦਿਨ ਚੜ ਗਿਆ, ਐਡੇ ਕੰਮ ਤੇਰੇ ਲਿਸਟ ਬਣਾਓ ਕਿ ਫਲਾਣੇ ਕੰਮ ਕਰਨੇ ਆ, ਤੇ ਮਿੰਟੋ ਮਿੰਟ ਹੀ ਨਿਬੇੜੋ। ਇਹੋ ਜ਼ਿੰਦਗੀ ਆ, ਕਰਮ ਤੇ ਮੁੱਕਣਾ ਹੀ ਨਹੀਂ। ਸਭ ਤੋਂ ਪਹਿਲਾਂ ਇਸ਼ਨਾਨ ਕਰੋ, ਨਹਾਓ, ਮੂੰਹ ਮਾ ਧੋ, ਬ੍ਰਸ਼ ਬੁਸ਼ ਕਰਕੇ ਐਨ ਤਿਆਰ ਸ਼ਿਆਰ ਹੋ ਕੇ ਬ੍ਰੇਕਫਾਸਟ ਟਾਈਮ ਤੇ ਬਹਿ ਕੇ ਕਰੋ। ਇਹ ਕਈ ਲੋਕ ਜਦੋਂ ਛੁੱਟੀ ਹੁੰਦੀ ਆ 3 ਵਜੇ ਬ੍ਰੇਕਫਾਸਟ ਕਰਨਗੇ, ਉੱਠਣਗੇ ਨਹੀਂ। ਉਹ ਠੀਕ ਹੈ, ਰਿਲੈਕਸ ਦੀ ਲੋੜ ਆ, ਪਰ ਕਹਿੰਦੇ ਆ ਕਿ ਅਨੁਸ਼ਾਸਨ ਬੜਾ ਜ਼ਰੂਰੀ ਹੈ। ਅਨੁਸ਼ਾਸਨ ਤੋਂ ਬਿਨਾਂ ਜ਼ਿੰਦਗੀ ਨਹੀਂ ਸਹੀ। ਤੁਸੀਂ ਦੇਖੋ, ਸੂਰਜ ਅਨੁਸ਼ਾਸਨ ਦੇ ਵਿੱਚ ਹੈਗਾ, ਧਰਤੀ ਅਨੁਸ਼ਾਸਨ ਦੇ ਵਿੱਚ ਹੈਗੀ, ਆਕਾਸ਼ ਅਨੁਸ਼ਾਸਨ, ਹਰ ਚੀਜ਼ ਅਨੁਸ਼ਾਸਨ ਦੇ ਵਿੱਚ ਹੈਗੀ ਹੈ। ਤੇ ਫਿਰ ਆਪਾਂ ਕਿਉਂ ਅਨੁਸ਼ਾਸਨ ਨੂੰ ਤੋੜੀਏ? ਤੁਹਾਨੂੰ ਪਤਾ ਜਦੋਂ ਬੰਦਾ ਮਰਿਆਦਾ ਤੋੜ ਦਿੰਦਾ ਤੇ ਫਿਰ ਕਿੰਨਾ ਨੁਕਸਾਨ ਹੁੰਦਾ। ਇੱਕ ਨਦੀ ਹੈ, ਕਿੱਡੀ ਸੋਹਣੀ ਚੱਲਦੀ ਹੈ, ਕਿਨਾਰਿਆਂ ਦੇ ਵਿੱਚ ਹੈ, ਮਰਿਆਦਾ ਦੇ ਵਿੱਚ ਹੈ। ਜਦੋਂ ਉਹ ਮਰਿਆਦਾ ਦੀ ਉਲੰਘਣਾ ਕਰਦੀ ਹੈ ਫਿਰ ਕੀ ਹੁੰਦਾ? ਫਿਰ ਬਹੁਤ ਨੁਕਸਾਨ ਹੁੰਦਾ। ਇਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਮਰਿਆਦਾ ਬਣਾਓ, ਅਨੁਸ਼ਾਸਨ ਬਣਾਓ। ਅਨੁਸ਼ਾਸਨ ਦਾ ਮਤਲਬ ਆਪਣੇ ਆਪ ਦੇ ਜੀਵਨ ਉੱਪਰ ਬਿਨਾਂ ਕਿਸੇ ਦੇ ਪ੍ਰੈਸ਼ਰ ਤੇ ਖੁਦ ਅਨੁਸ਼ਾਸਨ ਲਗਾਉਣਾ ਕਿ ਆਹ ਕੰਮ ਮੈਂ ਕਰਨਾ ਹੈ, ਆਹ ਕੰਮ ਮੈਂ ਬਿਲਕੁਲ ਨਹੀਂ ਕਰਨਾ ਹੈ। ਇਹੋ ਹੀ ਹੈ ਜ਼ਿੰਦਗੀ। ਜਿੰਨਾ ਚਿਰ ਤੱਕ ਤੁਸੀਂ ਆਪਣੇ ਆਪ ਨੂੰ ਵਿਉਂਤ 'ਚ ਨਹੀਂ ਲੈ ਕੇ ਆਉਂਦੇ, ਆਪਣੇ ਆਪ ਨੂੰ ਸਿਸਟਮ 'ਚ ਨਹੀਂ ਲੈ ਕੇ ਆਉਂਦੇ, ਜੀਵਨ 'ਚ ਉਚਾਈ ਨਹੀਂ ਆਏਗੀ। ਦੇਖੋ ਪਤਾ ਕੀ ਹੁੰਦਾ,
ਉਸਤਾਦ ਉਸੇ ਬੱਚੇ ਨੂੰ ਸਿਖਾ ਸਕਦਾ ਹੈ ਜਿਹੜਾ ਬੱਚਾ ਥੋੜਾ ਬਹੁਤਾ ਨਿੱਜਰ ਸਾਹਿਬ ਖੁਦ ਵੀ ਕੋਸ਼ਿਸ਼ ਕਰਦਾ ਜਦੋਂ ਸ਼ਾਗਿਰਦ ਹੈ। ਬਿਲਕੁਲ। ਤੇ ਜਿਹੜੇ ਸ਼ਾਗਿਰਦ ਨੇ ਕਹਿਣਾ ਉਸਤਾਦ ਜੀ ਜੋ ਮਰਜ਼ੀ ਕਰ ਲਓ, ਮੈਂ ਤੇ ਚਾਬੀ ਨੂੰ ਹੱਥ ਨਹੀਂ ਲਾਉਣਾ, ਤੇ ਫਿਰ ਉਹ ਕੋਈ ਪਾਣੀ ਥੋੜੀ ਇਹਨੂੰ ਮਸਾਲਾ ਘੋਲ ਘਾਲ ਕੇ ਤੇ ਪਿਆ ਦੇ, ਉਹ ਤੇ ਸਿੱਖਿਆ ਹੀ ਹੋਣਾ। ਤੋ ਇਹ ਗੱਲਾਂ ਬਾਤਾਂ ਨੇ, ਠੀਕ ਹੈ ਜੀ। ਉਹ ਕਹਿੰਦੇ ਬੜੀਆਂ ਲਹਿਰਾਂ ਆ ਰਹੀਆਂ ਨੇ ਜੀਵਨ ਦੇ ਵਿੱਚ, ਪਰ ਹੁਣ ਕੋਈ ਪ੍ਰਭਾਵ ਨਹੀਂ ਹੈ ਜੀ। ਕਿਉਂ ਨਹੀਂ ਪ੍ਰਭਾਵ? ਕਿਉਂਕਿ ਮੇਰਾ ਕਨੈਕਸ਼ਨ ਕਿੱਥੇ ਜੁੜ ਗਿਆ ਹੈ? ਜੋੜਨਹਾਰੇ ਨੇ ਆਪਣੇ ਨਾਲ ਆਪਣੇ ਚਰਨਾਂ ਦੇ ਵਿੱਚ ਜੋੜ ਦਿੱਤਾ ਹੈ। ਬਹੁਤ ਵੱਡੀ ਗੱਲ ਹੋ ਗਈ ਜੀ। ਦੇਖੋ ਆਪ ਜੀ ਨੂੰ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਤੁਸੀਂ ਆਤਮਾ ਨੂੰ ਜਾਣ ਲਿਆ, ਸੰਸਾਰ ਦਾ ਭਵ ਸਾਗਰ ਤੁਹਾਨੂੰ ਡੋਬ ਨਹੀਂ ਸਕਦਾ। ਕਿਉਂ ਨਹੀਂ ਡੋਬ ਸਕਦਾ? ਕਿਉਂਕਿ ਤੁਸੀਂ ਇਹਦੇ ਜੋ ਕਾਨੂੰਨ ਹੈ, ਕਾਇਦੇ ਕਾਨੂੰਨ ਹੈ, ਤੁਸੀਂ ਉਹਦੇ ਅਨੁਸਾਰ ਜੀਵਨ ਬਤੀਤ ਕਰ ਰਹੇ ਜੋ। ਫਿਰ ਭਵ ਸਾਗਰ ਥੋੜੀ ਕੁਝ ਕਹਿੰਦਾ ਹੁਣ ਸ਼ਿਪ ਬਣਾ ਲਓ, ਸ਼ਿਪ ਦੀ ਵਧੀਆ ਸ਼ਿਪ ਹੋਵੇ, ਨਹੀਂ ਡੁੱਬਦਾ, ਉਹਨੂੰ ਪ੍ਰੋਪਰਲੀ ਉਹਨੂੰ ਸੇਲ ਕਰੋ। ਤੇ ਜਦੋਂ ਤੁਸੀਂ ਉਹਦਾ ਮੈਨੂਫੈਕਚਰਿੰਗ 'ਚ ਕੋਈ ਫਾਲਟ ਕਰਦੇ, ਜੋ ਤੁਸੀਂ ਉਹ ਕੰਮ ਨਹੀਂ ਕਰਦੇ, ਤੇ ਫਿਰ ਇੱਕ ਸਮਾਂ ਅੱਜ ਨਹੀਂ ਤੇ ਕੱਲ ਨੂੰ ਉਹ ਸ਼ਿਪ ਡੁੱਬ ਜਾਏਗਾ। ਇਸੇ ਤਰ੍ਹਾਂ ਇਨਸਾਨ ਜਿਹੜਾ ਆਪਣੇ ਜੀਵਨ ਨੂੰ ਸੋਝੀ ਤੋਂ ਬਿਨਾਂ, ਬੁੱਧੀ ਤੋਂ ਬਿਨਾਂ, ਵਿਵੇਕ ਤੋਂ ਬਿਨਾਂ ਬਤੀਤ ਕਰਦਾ ਹੈ, ਉਹਦਾ ਜਹਾਜ਼ ਭਵ ਸਾਗਰ ਦੇ ਵਿੱਚ ਡੁੱਬ ਜਾਂਦਾ ਹੈ ਜਾਂ ਜ਼ਿਆਦਾ ਦੂਰ ਨਹੀਂ ਜਾ ਸਕਦਾ। ਕਿਉਂ ਨਹੀਂ ਜਾ ਸਕਦਾ? ਕਿਉਂਕਿ ਉਹਨੇ ਜ਼ਿੰਦਗੀ ਭਰ ਉਸ ਜਹਾਜ਼ ਦੇ ਵਿੱਚ ਇੰਨੇ ਜ਼ਿਆਦਾ ਸੇਕ ਕਰ ਦਿੱਤੇ, ਇੰਨੇ ਜ਼ਿਆਦਾ ਸ਼ੇਕ ਕਰ ਦਿੱਤੇ, ਹੋਲ ਕਰ ਕਰਕੇ ਸਾਰਾ ਜਹਾਜ਼ ਕੀ ਕਰਦਾ, ਉਹਨਾਂ ਨੂੰ ਛੰਨਣੀ ਬਣਾ ਲਿਆ। ਹੁਣ ਤੁਹਾਨੂੰ ਪਤਾ ਹੈ ਸ਼ਿਪ ਦੇ ਵਿੱਚ ਤੇ ਉਹਨੂੰ ਡੋਬਣ ਦੇ ਲਈ ਇੱਕ ਸ਼ੇਕ ਕਾਫੀ ਹੁੰਦਾ ਨਿੱਜਰ ਸਾਹਿਬ। ਤੇ ਜਿਹਨੇ ਜ਼ਿੰਦਗੀ ਇਸੇ ਕੰਮ ਚ ਲਾਈ ਹੋਵੇ ਵਿਚਾਰੇ ਨੇ ਕਿ ਬਈ ਹੁਣ ਮੈਂ ਕੋਈ ਮਤਲਬ ਰਾਹ ਨਹੀਂ ਰਹਿਣ ਦੇਣਾ, ਕਿ ਮਤਲਬ ਕੋਈ ਏਦਾਂ ਦਾ ਕਰਮ ਨਾ ਹੋਵੇ ਜਿਹੜਾ ਮੈਂ ਨਾ ਕੀਤਾ ਹੋਵੇ, ਕਹਿਣ ਤੋਂ ਭਾਵ। ਤੇ ਫਿਰ ਮੁਸ਼ਕਿਲ ਹੈ ਨਾ ਖੇਡ ਸਾਧ ਸੰਗਤ ਜੀ, ਇੱਥੇ ਨਹੀਂ ਨਾ ਗੱਲ ਬਣੇਗੀ। ਫੁੱਲੀਆਂ ਵੀ ਚਾਹੀਦੀਆਂ ਨੇ, ਉਧਰੋਂ ਬ੍ਰਹਮ ਗਿਆਨ ਵੀ ਚਾਹੀਦਾ ਹੈ, ਦੋਨੋਂ ਕੰਮ ਇਕੱਠੇ ਨਹੀਂ ਜੀ ਹੋਣੇ। ਅਗਲੇ ਬੰਨੇ ਦੇਖੋ ਨਿੱਜਰ ਸਾਹਿਬ, ਫਿਰ ਬੋਲੋ। ਹਾਂਜੀ ਮਹੱਲਾ ਪੰਜਵਾਂ। ਬਨੇ ਹਾਂਜੀ ਬਨੇ ਬਿਹਾਵਲੇ ਹਿੱਕ ਸਾਥੀ ਲੱਦਮ ਦੁੱਖ ਹਰਤਾ ਹਰਨਾਮਾ। ਕਹਿੰਦੇ ਮੈਨੂੰ ਇੱਕ ਸਾਥੀ ਮਿਲ ਗਿਆ ਇਸ ਡਰਾਉਣੇ ਬੰਦ ਦੇ ਵਿੱਚ। ਦੇਖੋ ਸਾਥੀ ਮਿਲ ਜਾਏ ਤੇ ਇਕੱਲਾ ਬੰਦਾ ਜਿਹੜਾ ਹੈਗਾ ਉਹ ਕਿੰਨਾ ਜਿਹੜਾ ਹੈਗਾ ਸਾਥ ਮਿਲ ਜਾਏ ਤੇ ਕਿੰਨਾ ਜਿਹੜਾ ਹੈਗਾ ਉਹਨੂੰ ਜਿਹੜਾ ਹੌਸਲਾ ਆ ਜਾਂਦਾ ਭਾਈ। ਬਨੇ ਬਿਹਾਵਲੇ ਇੱਕ ਸਾਥੀ ਲੱਦਮ ਦੁੱਖ ਹਰਤਾ ਹਰਨਾਮਾ। ਔਰ ਇਹ ਹਮੇਸ਼ਾ ਰਹੂਗਾ ਸਾਥੀ ਨਾਲ ਔਰ ਬਿਲਕੁਲ ਸਹੀ ਕਰੈਕਟ ਡਾਇਰੈਕਸ਼ਨ 'ਚ ਚੱਲੇਗਾ। ਬਨੇ ਬਿਹਾਵਲੇ ਇੱਕ ਸਾਥੀ ਲੱਦਮ ਦੁੱਖ ਹਰਤਾ ਹਰਨਾਮਾ। ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ। ਮੈਂ ਤਾਂ ਬ੍ਰਹਮ ਗਿਆਨੀਆਂ ਤੋਂ, ਸੰਤਾਂ ਤੋਂ, ਪਿਆਰੇ ਸੰਤਾਂ ਤੋਂ ਬਲਿਹਾਰ ਜਾਣਾ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਜਿਹੜਾ ਹੈਗਾ ਮੈਨੂੰ ਜਿਹੜੇ ਹੈਗੇ ਆ ਮੇਰੀ ਪ੍ਰੀਤ ਵੀ ਲੱਗ ਗਈ ਮਾਲਕ ਪਰਮਾਤਮਾ ਦੇ ਨਾਲ, ਅਤੇ ਮੈਨੂੰ ਜਿਹੜਾ ਹੈਗਾ ਧਿਆਨ ਸਿਮਰਨ ਜਿਹੜਾ ਹੈਗਾ ਇਹ ਸਾਥੀ ਵੀ ਮਿਲ ਗਿਆ ਹਮੇਸ਼ਾ। ਦੇਖ ਲਓ ਜਦ ਮਰਜ਼ੀ ਜਿਹੜਾ ਹੈਗਾ ਸਾਥੀ ਦੇ ਨਾਲ ਗੱਲਬਾਤ ਕਰ ਲਓ, ਜਦ ਮਰਜ਼ੀ ਜਿਹੜਾ ਹੈਗਾ ਯਾਤਰਾ ਸ਼ੁਰੂ ਕਰ ਦਿਓ ਭਾਈ। ਹਾਂਜੀ ਗੁਰਕੀ ਸਾਹਿਬ। ਦੇਖੋ ਸਾਧ ਸੰਗਤ ਜੀ, ਦੇਖੋ ਜਿਹੜਾ ਸਾਥੀ ਹੈ ਨਾ ਉਹ ਪਰਮਾਤਮਾ ਹੈ। ਜਦੋਂ ਆਪਾਂ ਉਹਦੀ ਓਟ ਕਰਦੇ ਆ ਨਾ, ਉਹਦਾ ਆਸਰਾ ਤੱਕ ਕੇ ਬਹਿਨੇ ਆ, ਫਿਰ ਇਹ ਪ੍ਰਕਿਰਤੀ ਵੀ ਨਾ ਸਾਡੇ ਤੇ ਬਹੁਤਾ ਜ਼ੋਰ ਨਹੀਂ ਪਾਉਂਦੀ। ਇੱਕ ਪਲੀਜ਼ ਆਪ ਇਹ ਚੀਜ਼ ਨੂੰ ਸਮਝੋ, ਇਹ ਸੱਚ ਹੈਗਾ। ਕਿਉਂਕਿ ਸਾਥੀ ਜਿਹੜਾ ਉਹ ਬੜਾ ਪਾਵਰਫੁਲ ਹੈ। ਜਦੋਂ ਉਹਦੀ ਪ੍ਰੀਤ ਕਰਦੇ ਆ, ਉਹਦੇ ਚਰਨਾਂ 'ਚ ਆਪਣੀ ਸੁਰਤੀ ਕਾਗਰ ਕਰਦੇ ਆ, ਦੇਖੋ ਤੁਹਾਡੀ ਜ਼ਿੰਦਗੀ ਦਾ ਇੱਕ ਇੱਕ ਪਲ ਉਹਦੇ ਚਰਨਾਂ 'ਚ ਨੋਟ ਡਾਊਨ ਹੋ ਰਿਹਾ। ਇਹ ਪਲੀਜ਼ ਆਪ ਅੰਡਰਸਟੈਂਡ ਕਰੋ। ਆਪ ਨਿਰਗੁਣ ਬ੍ਰਹਮ ਦੀ ਭਗਤੀ ਕਰ ਰਹੇ ਜੋ। ਇੱਥੇ ਮੈਂ ਤੇ ਨਾ ਕਿਸੇ ਗੁਰੂ ਦੀ, ਨਾ ਫਕੀਰ ਦੀ, ਨਾ ਕਿਸੇ ਤਸਵੀਰ ਦੀ, ਨਾ ਕਿਸੇ ਧਾਰਮਿਕ ਸਥਾਨ ਦੀ, ਨਾ ਪੱਥਰਾਂ ਦੀ, ਨਾ ਹਵਾ ਦੀ, ਨਾ ਅਗਨ ਦੀ, ਮੈਂ ਨਾ ਪਾਣੀ ਦੀ, ਨਾ ਆਕਾਸ਼ ਦੀ, ਮੈਂ ਕਿਸੇ ਦੀ ਭਗਤੀ ਨਹੀਂ ਕਰਾਉਂਦਾ। ਮੈਂ ਹਮੇਸ਼ਾ ਹੀ ਆਪ ਜੀ ਨੂੰ ਜਦੋਂ ਵੀ ਮੇਰੀ ਰਿਕਾਰਡਿੰਗ 'ਚ ਸੁਣੋ, ਮੈਂ ਕਹਿੰਦਾ ਵਾਂ ਕੇਵਲ ਇੱਕ ਚੀਜ਼ ਦੀ ਭਗਤੀ ਕਰਨੀ ਹੈ, ਉਸ ਪਰਮਾਤਮਾ ਦੀ ਜਿੱਥੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਨਾ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ। ਇਹ ਤਿੰਨਾਂ ਤੋਂ ਪਰੇ ਹੈ। ਬਿਲਕੁਲ ਰੂਪ ਰੰਗ ਔਰ ਰੇਖ ਤਿੰਨਾਂ ਤੋਂ ਪਰੇ। ਹਾਂ ਉੱਥੇ ਇਹਦੇ ਵਿੱਚ ਸਾਹਿਬ ਕੋਈ ਤਸਵੀਰ ਨਹੀਂ ਜੀ ਹੈਗੀ, ਕੋਈ ਬਾਬਾ ਨਹੀਂ ਹੈਗਾ, ਔਰ ਉਹਦੀ ਕੋਈ ਜਗ੍ਹਾ ਵੀ ਨਹੀਂ ਹੈਗੀ ਖਾਸ ਹੈ। ਜੇਕਰ ਇਹ ਵੀ ਸੋਚੋ ਨਾ ਕਿ ਤੁਸੀਂ ਉਹ ਵੀ ਰੂਪ ਰੰਗ ਤੇ ਰੇਖ, ਇਹਦਾ ਮਤਲਬ ਉਹਨੂੰ ਤੁਸੀਂ
ਇੰਦਰੀਆਂ ਦੇ ਨਾਲ ਆਇਡੈਂਟੀਫਾਈ ਨਹੀਂ ਕਰ ਸਕਦੇ। ਇਹ ਚੀਜ਼ ਸਮਝੋ, ਆ ਜਿਹੜੀਆਂ ਤੁਹਾਡੀਆਂ ਇੰਦਰੀਆਂ ਨੇ ਇਹਨਾਂ ਦੇ ਨਾਲ ਤੁਸੀਂ ਕੇਵਲ ਜੜ ਨੂੰ ਦੇਖ ਸਕਦੇ, ਇਹ ਪੰਜਾਂ ਤੱਤਾਂ ਦੇ ਬੜੀ ਕੋਈ ਚੀਜ਼ ਦੇਖ ਸਕਦੇ, ਪਰ ਇਹ ਇੰਦਰੀਆਂ ਬ੍ਰਹਮ ਨੂੰ ਦੇਖਣ 'ਚ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੀਆਂ। ਇਹ ਬੜੀ ਕਲੀਅਰ ਗੱਲ ਹੈ। ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਏਦਾਂ ਦਾ ਲਿਖਿਆ ਹੈ ਕਿ ਤੁਸੀਂ ਇਹਨਾਂ ਇੰਦਰੀਆਂ ਦੇ ਨਾਲ ਉਸ ਪਰਮਾਤਮਾ ਨੂੰ ਲੱਭਣਾ ਹੈ। ਉਹ ਕਹਿੰਦੇ ਕਿ ਨਹੀਂ, ਠੀਕ ਹੈ। ਫਿਰ ਉਹ ਕਹਿੰਦੇ ਨੇ ਕਿ ਅਗਲੇ ਬੰਨੇ ਕਹਿੰਦੇ ਨੇ ਕਿ ਮੈਂ ਇੱਕ ਐਸਾ ਦੋਸਤ ਲੱਭ ਲਿਆ। ਦੇਖੋ ਦੋਸਤ ਹੁੰਦਾ ਹੈ, ਆਪਾਂ ਵੀ ਦੋਸਤ ਹਾਂ, ਆਪਾਂ ਸੰਗਤ ਹੈਗੇ ਹਾਂ, ਹਨਾ, ਇਹ ਵੀ ਫਰੈਂਡ ਹੈਗੇ ਆ। ਆਪਾਂ ਕੁਛ ਲੈਣਾ ਦੇਣਾ ਨਹੀਂ ਹੈ, ਨਾ ਤੁਸੀਂ ਮੇਰੇ ਤੋਂ ਕੁਛ ਲੈਣਾ ਨਾ ਮੈਂ ਤੁਹਾਡੇ ਤੋਂ ਕੁਛ ਲੈਣਾ। ਜਿੱਦਾਂ ਆਪਾਂ ਟ੍ਰੇਨ 'ਚ ਬੈਠੇ ਹਾਂ, ਆਪਾਂ ਨਾ ਬੜੇ ਪੁਰਾਣੇ ਸਫ਼ਰ ਕਰ ਰਹੇ ਆ, ਤੁਸੀਂ ਬੜੇ ਪੁਰਾਣੇ ਲੌਂਗ ਟਾਈਮ, ਯੂ ਬੀਨ ਲੌਂਗ ਟਾਈਮ ਟਰੈਵਲਿੰਗ ਸੋ ਮੈਨੀ ਲਾਈਫ। ਪਤਾ ਨਹੀਂ ਬਾਣੀ 'ਚ ਕਿਹਾ ਕਈ ਜਨਮ ਮੈਂ ਕੀਟ ਪਤੰਗਾ, ਕਈ ਜਨਮ ਉਹ ਇੱਕ ਨਹੀਂ ਕਹਿ ਰਹੇ, ਕਈ ਜਨਮ। ਪਤਾ ਨਹੀਂ ਮੈਂ ਕਿੰਨੇ ਕੁ ਜਨਮਾਂ ਤੋਂ ਕੀਟ ਪਤੰਗਾ ਕੀ ਕੁਝ ਬਣਿਆ। ਹੁਣ ਸਵੱਬ ਦੇ ਨਾਲ ਆਪਣਾ ਸੰਜੋਗ ਬਣੇ, ਆਪਾਂ ਇਕੱਠੇ ਹੋਏ, ਉਸ ਪਰਮਾਤਮਾ ਦੀ ਇਬਾਦਤ ਹੀ ਹੈ, ਇਹ ਵੀ ਭਗਤੀ ਹੈ। ਉਹਦੀਆਂ ਗੱਲਾਂ, ਉਹਦੀ ਡਿਸਕਸ ਕਰਨੀ, ਇਹੋ ਹੀ ਚਾਹੁੰਦਾ ਹੈ ਪਰਮਾਤਮਾ। ਹੋਰ ਪਰਮਾਤਮਾ ਤੇ ਕੁਛ ਵੀ ਨਹੀਂ ਚਾਹੁੰਦਾ। ਜੇ ਉਹਦਾ ਨਾਂ ਹੀ ਨਹੀਂ ਹੈਗਾ ਤੇ ਫਿਰ ਕਾਹਦਾ ਪਰਮਾਤਮਾ? ਫਿਰ ਤੇ ਗੱਲ ਖਤਮ ਹੋ ਗਈ। ਪਰਮਾਤਮਾ ਦੀ ਕੋਸ਼ਿਸ਼ ਹੈ ਕਿ ਧਰਤੀ ਤੇ ਸੱਚ ਰਵੇ, ਕਿਉਂਕਿ ਧਰਮ ਬੈਠਾ ਹੈ। ਜੇ ਸੱਚ ਨਹੀਂ ਹੋਊਗਾ ਤੇ ਧਰਤੀ ਚੱਲ ਸਕਦੀ ਹੈ? ਬਿਲਕੁਲ ਨਹੀਂ ਚੱਲੇਗੀ। ਅਸਕਰ ਟਾਇਰ ਨੂੰ ਘੁਮਾਉਣ ਦੇ ਲਈ ਉਹਦੇ ਸੈਂਟਰ 'ਚ ਇੱਕ ਹੈਗਾ ਵਾ ਧੁਰਾ, ਜਿਹੜਾ ਉਹ ਟਾਇਰ ਦਾ ਬੈਲੈਂਸ ਕਰਦਾ। ਇਸੇ ਤਰ੍ਹਾਂ ਇਹ ਧਰਤੀ ਨੂੰ, ਇਹ ਸ੍ਰਿਸ਼ਟੀ ਨੂੰ ਬੈਲੈਂਸ ਕਰਨ ਦੇ ਲਈ ਇਹਦੇ ਅੰਦਰ ਧਰਮ ਹੈ। ਉਹ ਧਰਮ, ਇਹ ਧਰਤੀਆਂ ਧੁਰਤੀਆਂ ਤਾਰੇ ਤੂਰੇ, ਇਹ ਸਭ ਉਹ ਧਰਮ ਦੇ ਅਨੁਸਾਰ ਚੱਲਦੇ ਨੇ, ਜਿੱਦਾਂ ਦਾ ਉਹਨਾਂ ਨੂੰ ਹੁਕਮ ਹੋਇਆ ਹੈ। ਇਹ ਜਿਹੜਾ ਸੂਰਜ, ਇਹ ਜਿਹੜੀ ਧਰਤੀ, ਇਹ ਆਕਾਸ਼, ਇਹ ਪਾਣੀ, ਇਹ ਅਗਨ, ਪਤਾ ਨਹੀਂ ਕਿੰਨੇ ਯੁਗਾਂ ਤੋਂ ਉਸ ਹੁਕਮ ਨੂੰ ਫੋਲੋ ਕਰਦੀਆਂ ਨੇ। ਆਪ ਜਸਟ ਮੈਂ ਆਪ ਜੀ ਨੂੰ ਫਿਰ ਕਹਿਣਾ, ਇਹ ਸੂਰਜ, ਇਹ ਧਰਤੀ, ਇਹ ਆਕਾਸ਼, ਇਹ ਪਾਣੀ, ਇਹ ਅਗਨ, ਇਹ ਸਾਰੇ ਉਸ ਦੇ ਹੁਕਮ ਨੂੰ ਫੋਲੋ ਕਰਦੇ ਨੇ। ਆਪ ਜਸਟ ਸੋਚੋ, ਇਹ ਬ੍ਰਹਿਮੰਡ ਕਿੱਡਾ ਵੱਡਾ ਹੈ, ਉਸ ਪਰਮਾਤਮਾ ਦੇ ਹੁਕਮ ਨੂੰ ਫੋਲੋ ਕਰਦਾ ਹੈ। ਪਰ ਇੱਕ ਚੀਜ਼ ਬਿਲਕੁਲ ਨਹੀਂ ਕਰਦੀ, ਉਹ ਹੈ ਮਨੁੱਖ। ਬਿਲਕੁਲ ਨਹੀਂ ਕਰਦਾ, ਬਿਲਕੁਲ ਨਹੀਂ ਕਰਦਾ। ਆਪ ਜਸਟ ਸੋਚੋ। ਔਰ ਇਹ ਧਰਤੀਆਂ ਧੁਰਤੀਆਂ ਤੇ ਰੇਤਾ ਦੇ ਕਣ ਜਿਹੜੀਆਂ ਨੇ ਸ੍ਰਿਸ਼ਟੀ ਦੇ ਅੰਦਰ, ਤੇ ਆਪਾਂ ਕੀ ਹੈ? ਬਿਲਕੁਲ ਛੋਟੇ, ਇੰਨੇ ਛੋਟੇ ਅੱਖਰ ਹੀ ਨਹੀਂ ਹੈਗੇ। ਪਰ ਅਸੀਂ ਬਿਲਕੁਲ ਹੀ ਪਰਮਾਤਮਾ ਨੂੰ ਨਹੀਂ ਮੰਨਦੇ। ਕੇਵਲ ਕੋਈ ਗਿਆ ਗੁਰਦੁਆਰੇ, 2-4 ਬੰਦੇ ਗਏ, ਤੁਸੀਂ ਵੇਖਿਆ ਜ਼ਿਆਦਾਤਰ ਲੋਕ ਉੱਥੇ ਜਾਣਾ ਸ਼ੁਰੂ ਕਰ ਦਿੰਦੇ। ਕਿਉਂ? ਉਹ ਜਾ ਰਿਹਾ ਤੇ ਤੁਸੀਂ ਚਲੇ ਗਏ। ਜਿਗਿਆਸਾ ਨਹੀਂ, ਮਨ 'ਚ ਕਿਤੇ ਇੱਛਾ ਨਹੀਂ ਕਿ ਮੈਂ ਜੀਵਨ 'ਚ ਕੀ ਲੱਭਣਾ ਹੈ, ਮੇਰੇ ਜੀਵਨ 'ਚ ਮਕਸਦ ਕੀ ਹੈ, ਮੇਰਾ ਟਾਰਗੇਟ ਕੀ ਹੈ, ਮੈਂ ਪਹੁੰਚਣਾ ਕਿੱਥੇ ਹੈ। ਮੈਂ ਮਤਲਬ ਕਿਤੇ ਮੈਂ ਉਹ ਕੁੱਲੂ ਦੇ ਬੈਲ ਵਾਂਗੂ ਕਿਤੇ ਉੱਥੇ ਤੇ ਨਹੀਂ ਘੁੰਮੀ ਜਾ ਰਿਹਾ। ਸਾਰਾ ਦਿਨ ਇੱਥੇ ਘਰੇ ਉੱਠੇ, ਫਿਰ ਕੰਮ ਤੇ ਗਏ, ਫਿਰ ਕੰਮ ਤੋਂ ਪੈਸੇ ਕਮਾਏ, ਫਿਰ ਘਰੇ ਆਏ, ਘਰੇ ਆ ਕੇ ਖਰਚ ਲਏ, ਕੱਪੜੇ ਲੈ ਲਏ, ਮਕਾਨ ਬਣਾ ਲਿਆ, ਬੱਚਿਆਂ ਨੂੰ ਪੜ੍ਹਾ ਲਿਆ। ਬਸ ਜ਼ਿੰਦਗੀ ਇਹੋ ਹੀ ਹੈ, ਬਸ ਇਹੋ ਹੀ ਕੰਮ ਹੈ। ਬਾਣੀ ਕਹਿੰਦੀ ਨਹੀਂ, ਇਹ ਤੇਰੇ ਤਨ ਦੀਆਂ ਜ਼ਰੂਰਤਾਂ ਨੇ, ਤੇਰੀ ਕੁਝ ਜ਼ਰੂਰਤ ਹੈਗੀ ਹੈ। ਗੁਰੂ ਗ੍ਰੰਥ ਸਾਹਿਬ 'ਚ ਖਾਸ ਕਰਕੇ ਲਿਖਿਆ ਹੈ ਕਿ ਯੂ ਆਰ ਹੇਅਰ ਫॉर ਟੂ ਡੂ ਸਮ ਸਪੈਸ਼ਲ ਜੌਬ। ਉਸ ਜੌਬ ਨੂੰ ਤੂੰ ਪੋਸਟਪੋਨ ਕਰੀ ਜਾ ਰਹੇ ਹੈ ਅੱਜ ਕੱਲ। ਫਿਰ ਕਹਿੰਦਾ ਮੇਰੇ ਕੋਲ ਟਾਈਮ ਨਹੀਂ, ਮੈਨੂੰ ਨੀਂਦ ਆ ਗਈ ਹੈ, ਮੋਬਾਈਲ ਤੈਨੂੰ ਜ਼ਿਆਦਾ ਚਾਹੀਦਾ ਹੈ। ਭਗਤੀ ਕਰਨ ਦਾ ਟਾਈਮ ਆਉਂਦਾ, ਤੈਨੂੰ ਬਾਸੀਆਂ ਆਉਣ ਡੈ ਪੈਂਦੀਆਂ। ਮੇਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਤੇ ਗੁਰੂ ਜੀ ਫਿਰ ਕੱਲ ਕਹਿੰਦੇ ਜੀ ਮੈਂ ਉਹਨੂੰ ਪਹਿਲਾਂ ਮੈਂ ਕਲਾਸੀਫਾਈ ਕਰ ਲਿਆ ਹੈ ਕਿ ਭਗਤੀ ਕਰਾਂਗਾ ਪਹਿਲਾਂ, ਜਿਹਨੂੰ ਮੈਂ ਉਹਨੂੰ ਡੇਲੀ ਕਰਾਂਗਾ, ਨਿਤ ਕਰਾਂਗਾ। ਠੀਕ ਹੈ, ਉਹ ਸਾਨੂੰ ਵੀ ਸਮਝਾਏ ਗਏ ਨੇ, ਅਸਾਂ ਉਹ ਤਾਂ ਆਪ ਕਰ ਰਹੇ ਨੇ, ਸਾਨੂੰ ਆਪਣੇ ਥਰੂ ਸਮਝਾਉਂਦੇ ਨੇ। ਠੀਕ ਹੈ ਜੀ, ਬਿਲਕੁਲ। ਫਿਰ ਅਗਲੇ ਬੰਨੇ ਕਹਿ ਰਹੇ ਆ ਆਤੋ ਕੋ ਬੋਲੋ ਨਿਜ ਸਾ ਬਲ ਬਲ ਜਾਏ, ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ। ਕਹਿੰਦੇ ਮੈਂ ਬਿਲਕੁਲ ਠੀਕ ਹੈ ਜੀ। ਹਾਂਜੀ ਹਾਂਜੀ, ਉਸ ਬੋਲੋ ਸੰਤਾਂ ਤੋਂ, ਬ੍ਰਹਮ ਗਿਆਨੀਆਂ ਤੋਂ ਬਲਿਹਾਰ ਜਾਣਾ ਹੈ, ਜਿਨ੍ਹਾਂ ਨੇ ਮੈਨੂੰ ਗਿਆਨ ਦਿੱਤਾ ਉਸ ਮਾਲਕ ਪਰਮਾਤਮਾ ਦਾ। ਔਰ ਪਰਮਾਤਮਾ ਦੇ ਨਾਲ ਮੇਰੀ ਪ੍ਰੀਤ ਪੈ ਗਈ। ਪਰਮਾਤਮਾ ਨੇ ਮੈਨੂੰ ਬ੍ਰਹਮ ਗਿਆਨੀਆਂ ਨੂੰ ਮਿਲਾਇਆ
ਕਿਉਂਕਿ ਮੈਂ ਪੁਕਾਰ ਪਰਮਾਤਮਾ ਦੇ ਅੱਗੇ ਕੀਤੀ। ਬ੍ਰਹਮ ਗਿਆਨੀਆਂ ਨੇ ਮੇਰੀ ਪ੍ਰੀਤ ਪਾਲਕ ਦੇ ਨਾਲ ਲਾ ਦਿੱਤੀ ਔਰ ਮੈਨੂੰ ਜਿਹੜਾ ਹੈਗਾ ਪਰਮੇਸ਼ਰ ਦੀ ਯਾਦ, ਮਾਲਕ ਜਿਹੜਾ ਹੈਗਾ ਸਾਥੀ ਮੇਰਾ ਬਣਾ ਦਿੱਤਾ। ਉਹਦੀ ਯਾਦ, ਪਹਿਲਾਂ ਮਾਲਕ ਹਾਲੇ ਨਹੀਂ ਆਉਗੀ, ਆਤਮਾ ਹਾਲੇ ਦਰਸ਼ਨ ਨਹੀਂ ਹੋਏ, ਪਰ ਆਤਮ ਦੀ ਯਾਦ ਤਾਂ ਹੈ ਆਪਣੇ ਕੋਲ। ਬਸ ਆਹੀ ਹੈ ਨਾਮਾ। ਹਾਂਜੀ ਵੀਰ ਜੀ। ਫਿਰ ਉਹ ਕਹਿੰਦੇ ਨੇ ਕਿ ਮੈਂ ਉਹਨਾਂ ਤੋਂ ਬਲ ਜਾਣਾ ਹੈ, ਮੈਂ ਸਦਕੇ ਜਾਣਾ ਹੈ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ। ਬਣੀ ਕਹਿੰਦੇ ਨਾ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ। ਸੰਤ ਪਤਾ ਨਹੀਂ ਕੀ ਕਿਹਾ ਹੈ ਨਾ। ਹਾਂਜੀ, ਐਸਾ ਗੁਰ ਹਾਂ, ਐਸਾ ਗੁਰ ਵਡ ਭਾਗੀ ਪਾਇਆ। ਇਹ ਗੁਰੂਆਂ ਦੀ ਆਪਾਂ ਇਹਨਾਂ ਦਾ ਦੇਣਾ ਥੋੜੀ ਦੇ ਸਕਦੇ ਹਾਂ। ਜੋ ਸਾਨੂੰ ਮੈਸੇਜ ਦੇ ਗਏ ਨੇ, ਆਪਣਾ ਜੀਵਨ ਸਫਲ ਕੀਤਾ, ਸਾਨੂੰ ਮਾਰਗ ਦਰਸ਼ਨ ਕਰਾ ਕੇ ਗਏ, ਸਾਨੂੰ ਇੱਕ ਲੈਣ ਲੈ ਕੇ ਗਏ ਨੇ। ਔਰ ਸਾਡੇ ਵਰਗੇ ਦੇ ਘੋਟੇ ਦੇ ਘੋਟਾ। ਅੱਜ ਜੀ ਮੈਂ 4 ਸੁਖਮਨੀ ਸਾਹਿਬ ਦੇ ਪਾਠ ਕਰ ਲਏ, ਦੂਜਾ ਕਹਿੰਦਾ ਜੀ ਮੈਂ ਜਪਜੀ ਸਾਹਿਬ ਦੇ ਇੰਨੇ ਕੀਤੇ ਆ। ਇੱਥੇ ਜੀ ਬਠਿੰਡੇ ਜਿਵੇਂ ਵਿੱਚ ਗਿਆ, ਉੱਥੇ ਜੀ ਇੱਥੇ ਬੜਾ ਵੱਡਾ ਬੋਰਡ ਹੈ। ਮੈਂ ਕਿਹਾ ਕੀ ਹੈ ਇਹ? ਜੀ ਲੱਖੀ ਸਾਹਿਬ ਹੈ। ਇੱਥੇ ਨਾ ਗੁਰੂ ਨਾਨਕ ਪਾਤਸ਼ਾਹ ਨੇ ਲੱਖ ਵਾਰੀ ਪਾਠ ਕੀਤਾ। ਮੈਂ ਕਿਹਾ ਵਾਹ ਵੀ ਵਾਹ। ਨਿੱਜਰ ਸਾਹਿਬ ਵੀ ਦੇਖੋ, ਗੁਰੂ ਨਾਨਕ ਪਾਤਸ਼ਾਹ ਨੇ ਕੋਈ ਲੱਖ ਵਾਰੀ ਪਾਠ ਥੋੜੀ ਕਰਨਾ। ਉਹ ਤੇ ਆਤਮ ਗਿਆਨੀ, ਆਤਮਾ ਦੇ ਵਿੱਚ ਲੀਨ ਸੁਰਤ ਹੈ। ਉੱਥੇ ਇਹ ਕੁਆਂਟੀਟੀ ਨਹੀਂ ਹੁੰਦੀ ਕਿ ਮੈਂ ਇੰਨਾ ਪਾਠ ਕੀਤਾ, ਮੈਂ ਆਪਾਂ ਕਰਦੇ ਹਾਂ। ਪਰ ਨਿੱਜਰ ਸਾਹਿਬ, ਉਹ ਪਰਮਾਤਮਾ ਦਾ ਨਾਮ ਕੋਈ ਤੁਸੀਂ ਗਿਣਤੀ ਮਿੰਤੀ ਲਿਆਓਗੇ, ਇਹ ਚੰਗੀ ਗੱਲ ਹੈ? ਨਹੀਂ, ਬਿਲਕੁਲ ਨਹੀਂ। ਹਾਂ, ਇੱਥੇ ਫਿਰ ਉਹ ਤੇ ਗੱਲ ਹੋਈ ਨਾ, ਤੇ ਇਟ ਇਜ਼ ਜਸਟ ਬਾਰਗੇਨ। ਇੱਥੇ ਕੋਈ ਗਿਣਦੀ ਥੋੜੀ ਪਈ ਸੀ ਉਹ ਕਿ ਇੱਥੇ ਇੰਨੀ ਜੇ ਮੰਨ ਲਓ ਪਾਠ ਪਹਿਲੀ ਕਿਤੇ ਮੈਂ ਸੋਚਦਾ ਕਿ ਉਹਨਾਂ ਨੇ ਪਾਠ ਨਹੀਂ ਕੀਤਾ, ਉਹ ਭਗਤੀ ਕਰਦੇ। ਬਿਲਕੁਲ ਭਗਤੀ ਕਰਦੇ ਸੀ। ਹਾਂਜੀ, ਹਾਂ, ਉੱਥੇ ਕੋਈ ਕੁਆਂਟੀਟੀ ਥੋੜੀ ਹੁੰਦੀ ਹੈ ਕਿ ਬਈ ਕਿੰਨੇ ਘੰਟੇ। ਉਹਨਾਂ ਨੇ ਵੈਸੇ ਬਾਣੀ 'ਚ ਕੁਝ ਨਹੀਂ ਲਿਖਿਆ ਅਜੇ ਤੱਕ। ਜੇ ਲਿਖੀ ਇੱਕ ਦੀ ਤੁਕ ਤੇ ਮੈਨੂੰ ਦਿਖਾ ਦਿਓ ਕਿ ਫਲਾਨੀ ਜਗ੍ਹਾ ਤੇ ਇੰਨੀ ਬਾਣੀ ਤੇ ਇੰਨਾ ਪਾਠ ਪੜਿਆ ਉਹਨਾਂ ਨੇ, ਕਿਸੇ ਨੇ ਵੀ ਲਿਖਿਆ ਹੋਊਗਾ। ਕਿਉਂ ਨਹੀਂ ਲਿਖਿਆ ਹੋਊਗਾ? ਆਤਮ ਗਿਆਨੀ ਇਹ ਗੱਲ ਨਹੀਂ ਲਿਖ ਸਕਦਾ। ਇਟ ਇਜ਼ ਨਾਟ ਪੋਸੀਬਲ। ਉਹਨਾਂ ਨੇ ਤਾਂ ਪਾਠ ਰਿਜੈਕਟ ਕੀਤਾ ਵੀ ਪਾਠ ਜਿਹੜੇ ਪਾਠ ਦੇ ਨਾਲ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ ਭਾਈ। ਪਾਠ ਦੇ ਵਿੱਚ ਜੋ ਲਿਖਿਆ ਉਹ ਕਰਨ ਦੇ ਨਾਲ ਪਰਮਾਤਮਾ ਦੀ ਭਗਤੀ ਹੁੰਦੀ। ਹਾਂਜੀ ਗੁਰੂ ਸਾਹਿਬ। ਹਾਂਜੀ, ਠੀਕ ਹੈ ਜੀ। ਫਿਰ ਉਹ ਉੱਥੇ ਆਪਾਂ ਆਪਣੇ ਆਪ ਨੂੰ ਇਹ ਸਮਝਾਉਣਾ ਹੈ ਕਿ ਬਈ ਦੇਖੋ, ਇਹਨਾਂ ਦਾ ਧੰਨਵਾਦ ਵੀ ਕਰਨਾ ਹੈ। ਕਿਹਨਾਂ ਦਾ? ਜਿਹੜੇ ਸਾਡਾ ਮਾਰਗਦਰਸ਼ਨ ਕਰਦੇ ਆ। ਤੁਸੀਂ ਇਹਨਾਂ ਦੇ ਜਿਹੜੇ ਤੀਰਥ ਸਥਾਨ ਆ ਉੱਥੇ ਜਾ ਕੇ ਆਪਣਾ ਸਿਰ ਝੁਕਾ ਸਕਦੇ। ਈਜ਼ੀ ਹੈ। ਉਦਾਂ ਰੂਹ ਦੇ ਤੌਰ ਤੇ ਮਿਲਣਾ ਥੋੜਾ ਜਿਹਾ ਹਾਰਡ ਹੋ ਜਾਂਦਾ। ਆਪਾਂ ਜਾ ਸਕਦੇ ਹਾਂ, ਕੋਈ ਗਲਤ ਚੀਜ਼ ਨਹੀਂ ਹੈ। ਠੀਕ ਹੈ, ਉੱਥੇ ਜਾ ਕੇ ਆਪਣੇ ਮਨ ਨੂੰ ਥੋੜਾ ਤੁਸੀਂ ਸਕੂਨ ਪ੍ਰਾਪਤ ਕਰਾ ਸਕਦੇ ਜੋ। ਕਿਉਂ? ਕਿਉਂਕਿ ਉਹਨਾਂ ਨੇ ਜਫਰ ਗਾਲੇ ਹੈ, ਸਾਡੇ ਲਈ ਮੈਸੇਜ ਦੇ ਕੇ ਗਏ ਨੇ, ਤੇ ਕੋਈ ਪ੍ਰੋਬਲਮ ਨਹੀਂ। ਠੀਕ ਹੈ ਜੀ, ਆਪ ਅੱਗੇ ਬੋਲੋ ਨਿਜਰ ਸਾਹਿਬ, ਅਗਲੀ ਤੁਕ ਪੌੜੀ ਤੇ ਆ ਜਾਓ। ਹਾਂਜੀ, ਪੌੜੀ। ਪਾਈਨ ਸਭੇ ਨਿਧਾਨ ਤੇਰਾ ਰੰਗ ਰਤਿਆਂ। ਕਹਿੰਦੇ ਹੁਣ ਦੇਖ ਲਓ, ਦੋਨੋਂ ਚੀਜ਼ਾਂ ਮਿਲ ਗਈਆਂ। ਉਧਰ ਪ੍ਰੀਤ ਪੈ ਗਈ ਤੇ ਇੱਧਰ ਜਿਹੜਾ ਹੈਗਾ ਮਾਲਕ ਦਾ ਧਿਆਨ ਸਿਮਰਨ ਸ਼ੁਰੂ ਹੋ ਗਿਆ। ਹੁਣ ਕਹਿੰਦੇ ਮਿਹਨਤ ਕਰ ਪਾਏ। ਪਾਈਨ ਸਭੇ ਨਿਧਾਨ, ਸਾਰੇ ਖਜ਼ਾਨੇ ਮਿਲ ਜਾਣਗੇ ਪਾਏ ਜੇ ਪਰਮਾਤਮਾ ਦੇ ਰੰਗ ਦੇ ਵਿੱਚ ਰਤਿਆ ਜਾਏਗਾ। ਨਾ ਹੋਵੇ ਪਛਤਾਓ ਤੁਧ ਨੂੰ ਜਪਤਿਆਂ। ਇਹ ਭਗਤੀ ਕਰਦਿਆਂ ਪਛਤਾਉਣਾ ਨਹੀਂ ਪਊਗਾ, ਨਹੀਂ ਤਾਂ ਮਨੁੱਖੀ ਜੂਨ ਜਿਹੜੀ ਖੁੱਸ ਜਾਣੀ ਆ ਤੇ ਜੂਨਾਂ ਦੂਜੀਆਂ ਸ਼ੁਰੂ ਹੋ ਜਾਣੀਆਂ ਹੈ ਤੇ ਪਛਤਾਏਗਾ। ਫਿਰ ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ। ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ। ਪਰਮਾਤਮਾ ਜਿਹੜਾ ਹੈਗਾ ਵਰਗਾ ਕੋਈ ਵੀ ਨਹੀਂ। ਕੋਈ ਜਨ ਜਿਹੜਾ ਹੈ, ਕੋਈ ਇਨਸਾਨ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਵਰਗਾ ਨਹੀਂ ਹੋ ਸਕਦਾ। ਪਰਮਾਤਮਾ ਦੇ ਲੈਵਲ 'ਤੇ ਨਹੀਂ ਪਹੁੰਚ ਸਕਦਾ। ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਨ। ਗੁਰ ਪੂਰੇ ਵਾਹਵਾ ਸੁਖ ਲਹਾਂ ਚਿਤਾਰ ਮਨ। ਔਰ ਜਿਹੜਾ ਇਨਸਾਨ ਜਿਹੜਾ ਹੈਗਾ, ਜਿਹੜਾ ਭਗਤੀ ਕਰਦਾ ਆ, ਇਹ ਉਸ ਦੀ ਗੱਲ ਹੋ ਰਹੀ ਹੈ। ਕਿਉਂਕਿ ਪਾਈਨ ਸਭੇ ਨਿਧਾਨ ਤੇਰੇ ਰੰਗ ਰਤਿਆਂ। ਨਾ ਹੋਵੇ ਪਛਤਾਓ ਤੁਧ ਨੂੰ ਜਪਤਿਆਂ। ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਨ। ਗੁਰ ਪੂਰੇ ਵਾਹ ਵਾਹ ਸੁਖ ਲਹਾਂ ਚਿਤਾਰ ਮਨ। ਕਹਿੰਦੇ ਬ੍ਰਹਮ ਗਿਆਨ ਨੇ ਉਹਨੂੰ ਵਾਹ ਵਾਹ ਹੈ ਪਾਈ। ਉਹਨਾਂ ਨੇ ਜਿਹੜਾ ਹੈਗਾ ਮੈਨੂੰ ਉਹ ਮਾਲਕ ਪਰਮਾਤਮਾ, ਉਹਦੀ ਬੰਦਗੀ, ਉਹਦਾ
ਉਹਦਾ ਸਿਮਰਨ ਜਿਹੜਾ ਹੈਗਾ ਉਹਦਾ ਧਿਆਨ ਜਿਹੜਾ ਹੈਗਾ ਮੈਨੂੰ ਕਰਾ ਦਿੱਤਾ, ਮੈਨੂੰ ਇਸ ਰਸਤੇ ਦਾ ਪਾਂਧੀ ਬਣਾ ਦਿੱਤਾ। ਗੁਰ ਪੈ ਸਿਫਤ ਭੰਡਾਰ ਕਰਮੀ ਪਾਈਏ। ਕਹਿੰਦੇ ਗੁਰੂ ਦੇ ਕੋਲ ਪਰਮੇਸ਼ਰ ਦੀ ਬੰਦਗੀ ਸਿਫਤੀ ਦੇ ਭੰਡਾਰ ਭਰੇ ਪਏ ਆ ਪਾਏ, ਔਰ ਜਿਹਨੂੰ ਮਿਲ ਜਾਂਦੇ ਆ, ਜਿਹੜਾ ਇਸ ਰਸਤੇ 'ਤੇ ਭੰਡਾਰਾਂ ਨੂੰ ਜਿਹੜਾ ਹੈਗਾ ਚਾਹੁੰਦਾ ਹੈ, ਜਿਹੜਾ ਨਾਮ ਤਨ ਚਾਹੁੰਦਾ ਹੈ, ਕਹਿੰਦੇ ਉਹ ਤਾਂ ਭਾਈ ਬਹੁਤ ਹੀ ਭਾਗਾਂ ਵਾਲਾ ਹੈ। ਗੁਰ ਪੈ ਸਿਫਤ ਭੰਡਾਰ ਕਰਮੀ ਪਾਈਏ। ਸਤਿਗੁਰ ਨਦਰ ਨਿਹਾਲ ਬਹੁੜ ਨਾ ਧਾਈਏ। ਔਰ ਗੁਰੂ ਜਿਹੜਾ ਸਤਿਗੁਰੂ ਦੀ ਮਿਹਰ ਹੋ ਜਾਏ ਜਿਸ ਇਨਸਾਨ ਦੇ ਉੱਤੇ, ਤੇ ਫਿਰ ਉਹ ਜਿਹੜਾ ਹੈਗਾ ਜੂਨਾਂ ਦੇ ਵਿੱਚ ਨਹੀਂ ਦੌੜਦਾ ਪਾਏ, ਜੂਨਾਂ ਦੇ ਵਿੱਚ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਜਨਮ ਮਰਨ ਦਾ ਗੇੜਾ ਨਹੀਂ ਜਿਹੜਾ ਹੈਗਾ ਜਾਂਦਾ, ਔਰ ਜਨਮ ਮਰਨ ਦਾ ਗੇੜਾ ਖਤਮ ਹੋ ਜਾਂਦਾ ਹੈ। ਰੱਖੇ ਆਪ ਦਿਆਲ ਕਰ ਦਾਸਾਂ ਆਪਣੇ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪ ਮਿਹਰ ਕਰਦਾ ਹੈ, ਔਰ ਆਪਣੇ ਦਾਸ ਜਿਹੜੇ ਹੈਗੇ ਆਪਣੇ ਦਾਸਾਂ ਵਾਂਗੂ ਜਿਹੜਾ ਹੈਗਾ, ਖਾਸ ਦਾਸਾਂ ਵਾਂਗੂ ਜਿਹੜਾ ਹੈਗਾ ਉਹਨੂੰ ਅਭਿਆਸੀ ਨੂੰ ਆਪ ਉਹਦੀ ਕੇਅਰ ਕਰਦਾ ਹੈ। ਹਰ 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 ਨਾਮ ਜੀਵਾਂ ਸੁਣ ਸੁਣੇ। ਕਹਿੰਦੇ ਮੈਂ ਤਾਂ ਮਾਲਕਾ ਇਹ ਤੇਰੀ ਭਗਤੀ, ਤੇਰਾ ਧਿਆਨ ਸਿਮਰਨ ਆਹੀ ਜਿਹੜਾ ਹੈਗਾ ਇਹਨੂੰ ਸੁਣ ਕੇ ਜਿਹੜਾ ਹੈਗਾ ਉਹ ਨਾਮ ਪਦਾਰਥ ਜਿਹੜਾ ਹੈਗਾ, ਅੰਮ੍ਰਿਤ ਰਸ ਜਿਹੜਾ ਹੈਗਾ ਉਹਦਾ ਧਿਆਨ ਕਰ ਕਰਕੇ ਮੈਂ ਜਿਹੜਾ ਹੈਗਾ ਜਿਉਂਦਾ ਹੋਈ ਜਾਵਾਂ, ਮੈਂ ਹੋਰ ਦੀ ਹੋਰ ਭਗਤੀ ਕਰਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਦੇਖੋ ਇੱਥੇ ਪਹਿਲਾਂ ਤਾਂ ਇਹ ਸਮਝਾਇਆ ਗਿਆ ਕਿ ਕਹਿੰਦੇ ਕਿ ਸਭ ਤੋਂ ਪਹਿਲਾਂ ਜਦੋਂ ਤੇਰੇ ਰੰਗ 'ਚ ਕੋਈ ਰਤਿਆ ਜਾਂਦਾ ਤੇ ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ। ਸਭ ਤੋਂ ਵੱਡੀ ਗੱਲ ਤੇ ਤੁਹਾਡਾ ਮਨ ਪਰਮਾਤਮਾ ਦੇ ਚਰਨਾਂ ਤੋਂ ਬਿਨਾਂ ਤ੍ਰਿਪਤ ਨਹੀਂ ਹੋ ਸਕਦਾ। ਬਾਣੀ 'ਚ ਕਿਹਾ ਸਰਬ ਜਗਤ ਕਾ ਰਾਜਾ ਦੁਖੀਆ, ਸਗਲ ਜਗਤ ਕਾ ਰਾਜਾ ਦੁਖੀਆ, ਸਗਲ ਜਗਤ, ਹਾਂਜੀ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੇਕਰ ਉੱਥੇ ਲਿਖਿਆ ਹੋਵੇ ਕਿ ਬਈ ਤੈਨੂੰ ਫਲਾਣੀ ਚੀਜ਼ ਪ੍ਰਾਪਤ ਹੋ ਜਾਏਗੀ ਤੇ ਤੂੰ ਸੰਤੁਸ਼ਟ ਹੋ ਜਾਏਗਾ। ਪਹਿਲਾਂ ਤੇ ਜ਼ਮਾਨੇ ਦੇ ਵਿੱਚ ਕੋਈ ਰਾਜਾ ਨਹੀਂ ਹੁੰਦਾ ਸੀ, ਹੋ ਸਕਦਾ ਏਡਾ ਕੋਈ ਰਾਜਾ ਨਹੀਂ ਹੋਊਗਾ ਸਾਰਾ ਧਰਤੀ ਦਾ ਔਰ ਕੋ ਧਨ ਹੋਵੇ, ਪਰ ਤੁਸੀਂ ਇਸ ਟਾਈਮ ਦੇ ਸਕਦੇ ਜੋ ਕਿ ਇੰਡੀਆ 'ਚ ਜਾਂ ਬਾਹਰ ਦੇਖ ਲਓ, ਨਾ ਕੋਈ ਇੰਨਾ ਜ਼ਿਆਦਾ ਪੈਸਾ ਹੈ ਇੱਥੋਂ ਤੱਕ ਕਿ ਪੰਜਾਬ ਦਾ ਕਰਜ਼ਾ ਉਤਾਰ ਸਕਦੇ ਆ, ਬੰਦੇ ਦਾ ਨਹੀਂ ਸਾਰੇ ਪੰਜਾਬ ਦੇਸ਼ ਦਾ। ਤੇ ਕਈਆਂ ਬੰਦਿਆਂ ਕੋਲ ਇੰਨਾ ਕਰਜ਼ਾ ਵਾ, ਉਹਨਾਂ ਇੱਕ ਦੇਸ਼ ਕੋ ਪੈਸਾ ਨਹੀਂ ਹੈਗਾ ਜਿੰਨਾ ਉਹ ਇਕੱਲੇ ਬੰਦੇ ਕੋ ਪੈਸਾ। ਆਪ ਜਸਟ ਸੋਚੋ ਕਿੱਡੀ ਵੱਡੀ ਗੱਲ। ਤੇ ਜੇਕਰ ਉਹਨਾਂ ਦਾ ਜੀਵਨ ਵੇਖੋ ਵਿਚਾਰੇ ਉਹ ਬੜੇ ਦੁਖੀ, ਬੜੇ ਪਰੇਸ਼ਾਨ। ਤਾਂ ਉਹ ਸਧਾਰਨ ਬੰਦਾ ਤੇ ਆਪਣੀ ਮਰਜ਼ੀ ਨਾਲ ਜੀਵਨ ਬਤੀਤ ਕਰਦਾ। ਜਿਵੇਂ ਜਿਵੇਂ ਬੰਦਾ ਅਮੀਰ ਹੋ ਜਾਂਦਾ ਨਾ, ਉਹਦਾ ਜੀਵਨ ਜਿਹੜਾ ਸ਼ਰਾਬ ਹੋ ਜਾਂਦਾ। ਉਹ ਨਾ ਮਰਜ਼ੀ ਨਾਲ ਘੁੰਮ ਸਕਦਾ, ਨਾ ਮਰਜ਼ੀ ਨਾਲ ਕਿਤੇ ਬਹਿ ਸਕਦਾ, ਨਾ ਮਰਜ਼ੀ ਨਾਲ ਖਾ ਸਕਦਾ। ਲੋਕੀ ਕੀੜੀਆਂ ਵਾਂਗੂ ਨਾ ਉਹਨਾਂ ਦੇ ਪਿੱਛੇ ਪੈ ਜਾਂਦੇ ਆ, ਬੜੇ ਦੁਖੀ ਹੁੰਦੇ ਨੇ ਉਹ। ਤੇ ਉਹ ਜਸਟ ਆਪ ਸੋਚ ਲਓ, ਫਿਰ ਉੱਥੇ ਉਹ ਟਿਕਣਾ, ਉੱਥੇ ਰੁਕੇ ਰਹਿਣਾ, ਉਹ ਹੋਰ ਬੜੀ ਟੈਨਸ਼ਨ। ਕਿਉਂਕਿ ਤੁਸੀਂ ਜਿੰਨਾ ਉੱਪਰ ਬੈਠੇ ਜੋ ਨਾ, ਉੱਥੇ ਪਤਾ ਕਿੰਨੀ ਦੁਨੀਆ ਕੋਸ਼ਿਸ਼ ਕਰਦੀ ਉੱਥੇ ਪਹੁੰਚਣ ਦੇ ਲਈ। ਜਦ ਤੱਕ ਤੁਸੀਂ ਦੇਖਿਆ ਹੁਣ ਕਿਤੇ ਨੋਟਿਸ ਕੀਤੀ, ਇੱਕ ਕਾਂ ਨੇ ਕਿਹਾ ਕਿ ਮਾਂ ਮੈਂ ਬੜਾ ਪਰੇਸ਼ਾਨ ਆ, ਇਹ ਦੁਨੀਆ ਬੜੀ ਦੁਸ਼ਮਣ ਆ, ਮੇਰੇ ਪਿੱਛੇ ਹਮੇਸ਼ਾ ਹੀ ਕਾਂ ਪੈ ਜਾਂਦੇ ਨੇ। ਉਹ ਕਹਿੰਦੀ ਪੁੱਤ ਤੇਰੇ ਪਿੱਛੇ ਕੋਈ ਨਹੀਂ ਪੈਂਦਾ, ਤੇ ਤੇਰੇ ਪਿੱਛੇ ਤਾਂ ਦੁਨੀਆ ਭੱਜ ਰਹੀ ਆ, ਕਾਂ ਜਿਹੜੇ ਤੇਰੇ ਆਂਢ ਗੁਆਂਢ ਆ, ਕਿਉਂਕਿ ਤੇਰੇ ਮੂੰਹ 'ਚ ਇੱਕ ਪੀਸ ਆ, ਮੀਟ ਦਾ ਪੀਸ, ਜਿਸਨੂੰ ਖਾਣ ਵਾਸਤੇ ਲੋਕ ਆਉਂਦੇ ਨੇ। ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਕਹਿੰਦਾ ਨਹੀਂ ਮੰਮੀ, ਇਹਨਾਂ ਦੀ ਮੇਰੇ ਨਾਲ ਪਰਸਨਲ ਦੁਸ਼ਮਣੀ ਹੈਗੀ। ਉਹ ਕਹਿੰਦੀ ਪੁੱਤ ਇੱਕ ਦਿਨ ਮੀਟ ਦਾ ਪੀਸ ਸੁੱਟ ਦੇ। ਉਹਨੇ ਸੁੱਟਿਆ, ਗੱਲ ਖਤਮ ਹੋ ਗਈ, ਬਹਿ ਗਿਆ ਤੇ ਜਾ ਕੇ ਕੰਧ ਤੇ, ਕੋਈ ਵੀ ਨਹੀਂ ਦੇ ਪਿੱਛੇ। ਹੁਣ ਤੁਸੀਂ ਵੇਖੋ ਸਿੱਧੂ ਸਾਹਿਬ ਹੋਣੀ, ਮਜੀਠੀਏ ਸਾਹਿਬ ਹੋਣੀ, ਕੈਪਟਨ ਸਾਹਿਬ ਹੋਣੀ ਕਿੱਧਰ ਗਏ? ਚੰਨੀ ਸਾਹਿਬ ਉਹਨਾਂ ਦਾ ਨਾਂ ਸੁਣਿਆ ਨਾ ਕਿਤੇ? ਨਹੀਂ। ਕਿਉਂ? ਕਿਉਂਕਿ ਉਹ ਮੀਟ ਦਾ ਪੀਸ ਨਹੀਂ ਹੈਗਾ। ਹੁਣ ਮੀਟ ਦਾ ਪੀਸ ਆ ਗਿਆ ਭਗਵੰਤ ਮਾਨ ਸਾਹਿਬ ਦੇ ਹੱਥ 'ਚ। ਤੇ ਹੁਣ ਇਸ ਕਰਕੇ ਸਾਰੀ ਦੁਨੀਆ ਮੋਦੀ ਸਾਹਿਬ ਦੀ ਬੁਰਾਈ, ਭਗਵੰਤ ਮਾਨ ਸਾਹਿਬ ਦੀ ਬੁਰਾਈ। ਕਿਉਂ? ਕਿਉਂਕਿ ਉਹਨਾਂ ਕੋਲ ਪਾਵਰ ਹੈਗੀ ਹੈ ਨਾ, ਪਾਵਰ ਚਾਹੀਦੀ ਉਹਨਾਂ ਨੂੰ। ਸੋ ਇਹ ਸੰਸਾਰ ਹੈ। ਉਹ ਫਿਰ ਉਹਨੂੰ ਗਿਆਨ ਹੋਇਆ,
ਫਿਰ ਉਹ ਮੀਟ ਦਾ ਪੀਸ ਦੂਜੇ ਨੇ ਚੁੱਕ ਲਿਆ, ਕਾਂ ਨੇ, ਫਿਰ ਦੁਨੀਆ ਉਹਦੇ ਪਿੱਛੇ ਪੈ ਗਈ। ਇਸੇ ਤਰ੍ਹਾਂ ਇਹ ਲੋਕ ਵੀ ਕੰਮ ਕਰਦੇ। ਤੁਹਾਡੇ ਕੋਲ ਹੈਗਾ ਤੇ ਨੈਚੁਰਲੀ ਲੋਕਾਂ ਦਾ ਧਿਆਨ ਤੁਹਾਡੇ 'ਚ ਆ, ਤੇ ਜਦੋਂ ਤੁਸੀਂ ਗੇਮ 'ਚੋਂ ਬਾਹਰ ਆ ਗਏ ਚੀਜ਼ ਸੁੱਟ ਦੋ, ਕਿਸੇ ਨੇ ਤੁਹਾਡੇ ਮਗਰ ਨਹੀਂ ਆਉਣਾ। ਲੋਕਾਂ ਕੋਲ ਟਾਈਮ ਹੈਗਾ ਬਿਨਾਂ ਮਤਲਬ ਦੇ ਤੁਹਾਡੇ ਕੋਲ ਆ ਕੇ ਬਹਿ। ਲੋਕੀ ਆ ਜਿਹੜੇ MLA ਨਾ, ਉਹਨਾਂ ਦੇ ਬੂਹੇ ਗੱਡੀ ਉੱਤੇ ਕਹਿ ਦੇ ਲੱਗੇ MLA ਆ, 4 ਵਾਰੀ ਜਿੱਤਿਆ ਸੀ ਤੇ 100-150 ਬੰਦਾ ਉਹਦੇ ਬੂਹੇ ਗੱਡੀ ਖਲੋਤਾ ਹੁੰਦਾ ਹੈ। ਪਤਾ ਨਹੀਂ ਕਿੱਥੋਂ ਰਿਸ਼ਤੇਦਾਰ ਨਿਕਲ ਆਏ ਲੋਕੀ, ਉਹਦੇ ਘਰ ਕੋਈ ਜਾਂਦਾ ਹੀ ਨਹੀਂ। ਆਮ ਹੀ ਬੰਦਾ ਹੈ, ਤੁਰਿਆ ਫਿਰਦਾ, ਕੰਧਾਂ ਨਾਲ ਵੱਜਦਾ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਹਾਂ, ਇਹ ਗੱਲਾਂ ਹੈ ਨੇ, ਇਹ ਬਾਣੀ 'ਚ ਲਿਖੀਆਂ ਨੇ ਤੇ ਮਤਲਬ ਹੈਗਾ। ਫਿਰ ਕਹਿੰਦੇ ਆ ਕਿ ਸਾਰੇ ਨਿਧਾਨ ਮਿਲ ਜਾਣਗੇ ਜੀ। ਇਹ ਪੈਸੇ ਇਹਨਾਂ ਦੇ ਤੁਹਾਨੂੰ ਪਤਾ ਹੀ ਹੈ ਕਿ ਉਹ ਜਦ ਤੱਕ ਮੂੰਹ 'ਚ ਮੀਟ ਦਾ ਪੀਸ ਹੈ ਤੁਹਾਡੀ ਕਦਰ ਆ। ਉਹ ਕਹਿੰਦਾ ਪਰ ਮੇਰੀ ਗੱਲ ਤੇ ਕਰਾਂ ਤੇਰੀ ਗੱਲ, ਤੇ ਮੇਰੀ ਗੱਲ ਦੇ ਵਿੱਚ ਪਾ ਕੁਛ, ਤੇ ਫਿਰ ਮੈਂ ਤੇਰੀ ਗੱਲ ਵੀ ਕਰਾਂਗਾ। ਪਰ ਇੱਥੇ ਕਹਿੰਦੇ ਨੇ ਕਿ ਪਰਮਾਤਮਾ ਦੇ ਰੰਗ ਦੇ ਵਿੱਚ ਰੱਤੇ ਆ ਬਈ, ਕੀ ਹੋਊਗਾ? ਸਾਰੇ ਨਿਧਾਨ ਮਿਲਣਗੇ ਜੀ ਤੁਹਾਨੂੰ। ਤੁਸੀਂ ਸੱਚ ਚਿੱਤ ਆਨੰਦ ਹੋ ਜਾਓਗੇ, ਪਦਾਰਥ ਦੇ ਨਾਲ ਨਹੀਂ। ਬਿਨਾਂ ਕੁਛ ਪ੍ਰਾਪਤ ਕੀਤਿਆਂ ਤੁਸੀਂ ਖੇੜੇ 'ਚ ਆ ਜਾਣਾ। ਆਪ ਜਸਟ ਸੋਚੋ। ਫਿਰ ਅਗਲੀ ਤੁਕ ਬੋਲੇ ਨਿਜਰ ਸਾਹਿਬ, ਨਾ ਹੋਵੇ ਪਛਤਾਓ ਤੁਧ ਨੂੰ ਜਪੇ। ਹਾਂ, ਜੇ ਭਗਤੀ ਕਰ ਰਹੇ ਆ ਤੇ ਫਿਰ ਪਛਤਾਉਣਾ ਨਹੀਂ ਪਊਗਾ। ਨਹੀਂ ਤਾਂ ਇਹ ਮਨੁੱਖ ਜੂਨ ਚਲੀ ਗਈ ਤੇ ਸਾਰੇ ਸਵਾਦ ਸੂਦ ਸਭ ਕੁਝ ਖੁੱਸ ਜਾਣੇ, ਸਰੀਰ ਹੀ ਖੁੱਸ ਜਾਣਾ ਤੇ ਫਿਰ ਪਛਤਾਉਣਾ ਪੈਣਾ। ਹਾਂ, ਇਹਦੇ ਵਿੱਚ ਸਾਧ ਸੰਗਤ ਜੀ, ਇੱਥੇ ਮੈਂ ਗੱਲ ਕਲੀਅਰ ਕਰ ਦੇਵਾਂ। ਇੱਥੇ ਗੁਰੂਆਂ ਨੇ ਇਹ ਨਹੀਂ ਕਿਹਾ ਕਿ ਭਗਤੀ ਕਰਨ ਦੇ ਨਾਲ ਤੂੰ ਪਛਤਾਏਗਾ ਨਹੀਂ। ਇੱਥੇ ਕਿਹਾ ਹੈ ਕਿ ਕੇਵਲ ਪ੍ਰਮਾਤਮਾ ਦੀ ਭਗਤੀ ਜਦੋਂ ਕਰੇਗਾ ਨਾ, ਫਿਰ ਨਹੀਂ ਪਛਤਾਉਣ ਦੀ ਲੋੜ। ਤੇ ਜੇ ਤੂੰ ਇੱਧਰ ਮੂਰਤੀਆਂ ਮਾਰਤੀਆਂ ਦੀ, ਕਿਸੇ ਬੰਦੇ ਬੁੱਢੀ ਦੀ, ਕਿਸੇ ਗੁਰੂ ਦੀ, ਕਿਸੇ ਬਾਬੇ ਦੀ, ਇਹ ਜਿਹੇ ਨਕਲੀ ਬ੍ਰਹਮ ਗਿਆਨੀ ਦੀ, ਫਿਰ ਗੜਬੜ ਹੋ ਜਾਏਗੀ। ਬਿਲਕੁਲ, ਫਿਰ ਪਛਤਾਉਣਾ ਪੈਣਾ ਤੈਨੂੰ, ਕਿਉਂਕਿ ਫਿਰ ਗਲਤ ਜਹਾਜ਼ ਤੇ ਬੈਠੇ ਆ। ਬਸ ਸੀ ਤੇ ਜਾਣੀ ਨਹੀਂ। ਉਹਦੇ ਪੱਕਾ ਨਰਕ ਦਾ ਟੂਰ ਸੀ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਔਰ ਨਰਕ ਦਾ ਟੂਰ ਸੀ ਤੇ ਸਾਡੇ ਵਰਗੇ ਬਾਰੀਆਂ ਥਣੀ ਵੜ ਕੇ ਬੱਸ 'ਚ ਬਹਿ ਗਿਆ। ਬਾਬਾ ਤੇ ਆਪ ਉਹ ਗਲਤ ਜਗ੍ਹਾ ਦੀ ਟਿਕਟ ਕਰਾ ਕੇ ਬੈਠਾ, ਗਲਤ ਬੱਸ 'ਚ ਬੈਠਾ, ਫਿਰ ਅਸੀਂ ਵੀ ਬਹਿ ਗਏ ਤੇ ਫਿਰ ਕਿਤੇ ਪਛਤਾਉਣ ਤੋਂ ਇਲਾਵਾ ਫਾਇਦਾ ਨਹੀਂ ਹੈਗਾ। ਫਿਰ ਦੇਖੋ ਅਗਲੇ ਬੰਨੇ ਕੀ ਕਹਿੰਦੇ ਨੇ ਨਿਜਰ ਸਾਹਿਬ, ਅੱਗੇ ਪਹੁੰਚੋ। ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ। ਕੋਈ ਵੀ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਵਰਗਾ ਜਿਹੜਾ ਹੈਗਾ ਕੋਈ ਨਹੀਂ ਹੈਗਾ। ਬਸ ਪਰਮਾਤਮਾ ਦੇ ਰੰਗ ਦੇ ਵਿੱਚ ਰੱਖਤੇ ਜਾਣਾ ਹੈ, ਉਹਦੀ ਹੀ ਭਗਤੀ ਕਰਨੀ ਹੈ ਭਾਈ। ਮਾਲਕ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਮਾਲਕ ਦੇ ਜੋ ਆਸਰਾ ਦੇ ਦਿੱਤਾ, ਉਹ ਜਿਹਾ ਆਸਰਾ ਕੋਈ ਦੇ ਹੀ ਨਹੀਂ ਸਕਦਾ। ਹਾਂਜੀ ਵੀਰ, ਸਹੀ ਹੈ ਜੀ। ਬਾਕੀ ਇੱਥੇ ਦੁਨੀਆ ਦੀਆਂ ਆਸਾਂ ਕਰਦੇ ਫਿਰਦੇ ਆ। ਇੱਥੇ ਭਾਜੀ ਸਭ ਲੋਕ ਤੁਹਾਡੇ ਨਾਲ ਜੁੜੇ ਨੇ ਨਾ, ਤੇ ਕੋਈ ਸਵਾਰਥ ਹੈਗਾ। ਬਿਨਾਂ ਸਵਾਰਥ ਦੇ ਕੋਈ ਨਹੀਂ ਤੁਹਾਡੇ ਲਾਗੇ। ਕਿਉਂ? ਉਹਨਾਂ ਨੂੰ ਕੋਈ ਚਾਹੀਦਾ ਤੁਹਾਡੇ ਤੋਂ, ਉਹ ਕਿਸੇ ਰੂਪ 'ਚ ਵੀ ਕਹਿ ਲਓ। ਜਦੋਂ ਤੁਸੀਂ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਬੰਦ ਕਰ ਦਿੱਤੀਆਂ, ਪੁਰਾਣੇ ਮੋਟਰਸਾਈਕਲ ਵਾਂਗੂ ਇਹਨਾਂ ਤੁਹਾਨੂੰ ਘਰੇ ਸਾਈਡ ਤੇ ਲਾ ਦੇਣਾ। ਕਿਉਂ? ਜਿੱਦਾਂ ਗਾਂ ਵੇਖੇ ਨਾ, ਗਾਂ ਦੇ ਕਿੱਦਾਂ ਲੋਕੀ ਨਹਾਉਂਦੇ ਆ, ਕਿੱਦਾਂ ਉਹਦੀ ਸੇਵਾ ਸੁਵਾ ਕਰਦੇ ਆ, ਕਿਉਂਕਿ ਦੁੱਧ ਦਿੰਦੀ ਆ। ਤੇ ਜਦੋਂ ਗਾਂ ਫੰਡਰ ਹੋ ਜਾਂਦੀ ਨਿਜਰ ਸਾਹਿਬ, ਫਿਰ ਤਾਂ ਕੋਈ ਘਾਹ ਵੀ ਨਹੀਂ ਦਿੰਦਾ, ਵਿਚਾਰੀ ਨੂੰ ਟੰਬੇ ਮਾਰਦੇ ਆ। ਫਿਰ ਕਹਿੰਦੇ ਕਿ ਲੱਭੋ ਬਈ ਕੋਈ ਚਾਮੜੀ ਚੂਮੜੀ ਦੋ ਇਹਨੂੰ ਯਾਰ, ਗਲੋਂ ਲਾਓ। ਹਾਂ, ਇਹ ਕੰਮ ਦੀ ਨਹੀਂ ਹੈਗੀ। ਪਰ ਉਹ ਬੰਦਾ ਭੁੱਲ ਜਾਂਦਾ ਜੀ, ਇਹਨਾਂ ਦੁੱਧ ਪੀਤਾ। ਬੰਦਾ ਕਹਿੰਦਾ ਕੀ ਲੈਣਾ ਦੇਣਾ। ਇਨਸਾਨ ਏਦਾਂ ਦਾ ਹੈ, ਇਨਸਾਨ ਏਦਾਂ ਦਾ ਹੈ। ਠੀਕ ਹੈ ਜੀ, ਬਿਲਕੁਲ ਹੀ ਕਰਦਾ। ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ, ਮਤਲਬ ਜਿਹਨੂੰ ਪਰਮਾਤਮਾ ਦੀ ਭਗਤੀ ਜਿਹੜਾ ਕਰ ਰਿਹਾ ਹੈ, ਉਹਦੇ ਮੁਕਾਬਲਾ ਕੋਈ ਕਰ ਹੀ ਨਹੀਂ ਸਕਦਾ, ਕੋਈ ਵੀ ਨਹੀਂ ਕਰ ਸਕਦਾ। ਹਾਂਜੀ ਵੀਰ, ਹਾਂਜੀ ਕਹਿੰਦੇ ਉਹਦਾ ਕੰਪੀਟੀਟਰ ਕੋਈ ਨਹੀਂ ਜੀ। ਬਸ ਠੀਕ ਹੈ ਜੀ। ਕੋਈ ਜਿੱਧਰ ਮਰਜ਼ੀ ਭੱਜ ਕੇ ਵੇਖ ਲੇ, ਜਿੰਨੇ ਪਰਮਾਤਮਾ ਦੀ ਭਗਤੀ ਕਰ ਦਿੱਤੀ ਹੈ, ਉਹਦੇ ਲੈਵਲ ਦਾ ਕੋਈ ਕੰਪੀਟੀਟਰ ਹੀ ਨਹੀਂ, ਲਾਗੇ ਬੰਨੇ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂ, ਇਹ ਨਾ ਮਨ 'ਚ ਵਹਿਮ ਪਾਲਿਓ ਕਿ ਜਿੱਥੇ ਮਰਜ਼ੀ ਤੁਸੀਂ ਤੁਰ ਪਏ ਤੇ ਤੁਸੀਂ ਪਹੁੰਚ ਜਾਓਗੇ। ਨਹੀਂ, ਜੇਕਰ ਪਰਮਾਤਮਾ ਨੂੰ ਤੁਸੀਂ ਅੱਗੇ ਪਿੱਛੇ ਕਰਤਾ ਤੇ ਕਿਸੇ ਹੋਰ ਚੀਜ਼ ਨੂੰ ਅੱਗੇ ਕਰਤਾ, ਗੱਲ ਵਿਗੜ ਗਈ, ਗੱਲ ਗਈ। ਬਿਲਕੁਲ। ਅੱਗੇ ਬੋਲੀਏ। ਗੁਰ ਪੂਰੇ ਵਾਹ ਵਾਹ ਸੁਖ ਲਾਹਾਂ ਚਿਤਾਰ ਮਨ। ਪੂਰੇ ਗੁਰੂ ਨੂੰ ਭਾਈ ਬ੍ਰਹਮ ਗਿਆਨੀਆਂ ਦੀ ਵਾਹ ਵਾਹ ਹੈਗੀ ਭਾਈ। ਉਹਨਾਂ ਦਾ ਉਪਕਾਰ ਮੈਂ ਭੁੱਲ ਨਹੀਂ ਸਕਦਾ।
ਕਿਉਂਕਿ ਉਹਨਾਂ ਨੇ ਮੈਨੂੰ ਜਿਹੜਾ ਹੈਗਾ ਪਰਮਾਤਮਾ ਦੇ ਨਾਲ ਲਾਇਆ, ਪੂਰੇ ਮਾਲਕ ਪਰਮਾਤਮਾ ਜਿਹੜਾ ਸ੍ਰਿਸ਼ਟੀ ਦਾ ਮਾਲਕ ਆ ਉਹਦੇ ਨਾਲ ਲਗਾਇਆ ਹੈ ਭਾਈ। ਮੈਂ ਹੁਣ ਜਿਹੜਾ ਹੈਗਾ ਉਸ ਮਾਲਕ ਨੂੰ ਯਾਦ ਕਰ ਕਰਕੇ, ਉਹਦੀ ਭਗਤੀ ਕਰ ਕਰਕੇ ਸੁੱਖ ਲਈ ਜਾ ਰਿਹਾ। ਹਾਂਜੀ ਵੀਰ ਜੀ ਸਹੀ ਹੈ ਜੀ। ਕਹਿੰਦੇ ਸਭ ਤੋਂ ਪਹਿਲਾਂ ਤੇ ਉਹ ਕਹਿੰਦੇ ਨੇ ਕਿ ਮੈਂ ਗਾਈਡ ਦਾ ਬਹੁਤ ਧੰਨਵਾਦੀ ਹਾਂ। ਹਾਂ ਕਿਉਂ? ਕਿਉਂਕਿ ਨੇ ਮਹਾਰਾਜ ਜੀ ਕੰਮ ਕੀਤਾ। ਉਹ ਕਹਿੰਦਾ, ਮੈਂ ਇਹਨੂੰ ਪੁੱਛਿਆ ਕਿ ਮੈਂ ਸੱਜੇ ਖਾਵਾਂ, ਖੱਬੇ ਜਾਵਾਂ, ਅੱਗੇ ਜਾਵਾਂ ਕਿ ਪਿੱਛੇ ਜਾਵਾਂ, ਉੱਪਰ ਜਾਵਾਂ ਕਿ ਥੱਲੇ ਜਾਵਾਂ? ਕਹਿੰਦੇ ਨੇ ਮਾੜੀ ਜਿਹੀ ਫਿੰਗਰ ਕੀਤੀ ਕਿ ਐਨੋ ਜਾ, ਐ ਤੇਰੀ ਮੰਜ਼ਿਲ। ਜਿੰਨੇ ਮੈਨੂੰ ਉਂਗਲ ਦਿਖਾਈ ਹੈ ਕਿ ਇੱਧਰ ਹੀ ਤੇਰੀ ਮੰਜ਼ਿਲ। ਕਹਿੰਦੇ ਮੈਂ ਉਹਦਾ ਬਹੁਤ ਧੰਨਵਾਦੀ। ਕਿਉਂ ਧੰਨਵਾਦੀ ਹਾਂ? ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਮੰਜ਼ਿਲ ਕਿੱਧਰ ਹੈ। ਮੈਂ ਉਧਰ ਗਤੀ ਕੀਤੀ ਹੈ, ਕਿਉਂਕਿ ਹੋਰ ਵੀ ਦਿਸ਼ਾ ਹੈਗੀਆਂ ਨੇ, ਪਰ ਉਹ ਗਲਤ ਦਿਸ਼ਾ ਨੇ। ਉੱਥੇ ਤੇ ਉਹ ਹੈ ਹੀ ਨਹੀਂ। ਹੁਣ ਤੁਸੀਂ ਕਿਸੇ ਐਡਰੈਸ ਤੇ ਪਹੁੰਚਣਾ ਹੋਵੇ ਤੇ ਕਿਸੇ ਨੂੰ ਪੁੱਛ ਲਓ ਗਲੀ ਚ, ਮਹੱਲੇ ਚ, ਕਿ ਭਾਈ ਮੈਂ ਇੱਥੇ, ਮੈਨੂੰ 3-4 ਦਿਨ ਹੋ ਗਏ, ਮੈਨੂੰ ਰਸਤਾ ਨਹੀਂ ਮਿਲ ਰਿਹਾ, ਤੇ ਕੋਈ ਦੱਸੋ ਵੀ ਮੈਂ ਕਿੱਥੋਂ ਮਿਲੂਗੀ ਚੀਜ਼? ਫਿਰ ਉਹ ਦੱਸਦਾ ਭਾਈ ਏਦਾਂ ਕਰੋ, ਤੁਸੀਂ ਹੈ ਤੇ ਸਹੀ ਜੋ, ਬਟ ਇਹ ਹੈ ਕਿ ਉਹਦੀ ਮੰਜ਼ਿਲ ਜਿੱਧਰੋਂ ਤੁਸੀਂ ਆਏ ਜੀ ਉਹ ਤੁਹਾਡੇ ਪਿੱਛੇ ਆ, ਪਿੱਛੇ ਛੱਡ ਆਏ ਜੋ, ਇਹਨੂੰ ਮੁੜ ਜਾਓ ਬਸ। ਤੇ ਬਸ ਗੱਲ ਖਤਮ ਹੋ ਗਈ, ਤੁਸੀਂ ਮੰਜ਼ਿਲ ਤੇ ਪਹੁੰਚ ਜਾਣਾ। ਉਹ ਕਹਿੰਦੇ ਮੈਂ ਬਹੁਤ ਧੰਨਵਾਦੀ ਹਾਂ ਜੀ ਵੀ ਜਿੱਥੋਂ ਮੈਨੂੰ ਗਿਆਨ ਮਿਲਿਆ। ਅੱਗੇ ਬੋਲੋ ਨਿੱਜਰ ਸਾਹਿਬ। ਬ੍ਰਹਮ ਗਿਆਨੀਆਂ ਤਾਂ ਕਹਿੰਦੇ, ਉਹ ਤਾਂ ਕਹਿੰਦੇ ਭਾਈ ਇੱਧਰ ਉੱਧਰ ਤੋਰੀ ਨਾ, ਤੂੰ ਬਹਿ ਜਾ ਟਿਕ ਕੇ ਔਰ ਆਪਣੇ ਅੰਦਰ ਵੜ ਜਾ ਬਸ। ਉਹ ਕਹਿੰਦੇ ਆ ਕਿ ਮੰਜ਼ਿਲ ਬਾਹਰ ਨਹੀਂ, ਮੰਜ਼ਿਲ ਤੇਰੇ ਅੰਦਰ। ਕਿਤੇ ਬਾਹਰ ਲਾਉਂਦਾ ਫਿਰਨਾ। ਹਾਂ ਬਸ। ਤੇ ਇਹ ਉਸ ਤੋਂ ਬਾਅਦ ਏਦਾਂ ਦੇ ਲੋਕ ਹੁੰਦੇ ਨੇ, ਫਿਰ ਵਿਚਾਰਿਆਂ ਨੂੰ ਹਫ਼ਤੇ ਚ ਪਤਾ ਨੀ ਕਿੰਨੀ ਵਾਰੀ ਸੱਦਦੇ, ਉਹਨਾਂ ਦਾ ਜੀਵਨ ਨਸ਼ਟ ਕਰ ਦਿੰਦੇ। 8-9 ਘੰਟੇ ਲੱਗਦੇ ਆ, 2 ਘੰਟੇ ਜਾਣ, 2 ਘੰਟੇ ਆਉਣ ਚ। ਦੇਣਾ ਤਾਂ ਕੁਛ ਵੀ ਨਹੀਂ, ਪ੍ਰਾਪਤੀ ਤਾਂ ਕੁਛ ਵੀ ਨਹੀਂ ਹੈਗੀ, ਉਹ ਗਤੀ ਤੇ ਹੋ ਨਹੀਂ ਰਹੀ। ਪਰ ਇਹ ਲੋਕ ਜਸਟ ਸੋਚੋ ਕਿ ਇਹ ਕਿੱਦਾਂ ਦੇ ਲੋਕ ਹੋਣਗੇ ਕਿ ਕਿਸੇ ਦਾ ਇੰਨਾ ਜੀਵਨ ਨਸ਼ਟ ਕਰ ਦੇਣਾ ਹੈ। ਕੋਈ 20 ਸਾਲ ਤੋਂ 25 ਸਾਲ ਤੋਂ ਧੱਕੇ ਖਾਂਦੇ ਆ, ਔਰ ਹਫ਼ਤੇ ਚ 3-3 4 ਵੀ ਜਾਂਦਾ ਹੈ। ਉੱਥੇ ਬੱਸਾਂ ਇੱਥੇ ਲੱਗੀਆਂ, ਵਾਧੂ ਬੱਸਾਂ, ਨਾਂ ਨਹੀਂ ਲਿਖੇ ਉੱਤੇ, ਪਰ ਉਹਨਾਂ ਨੂੰ ਪਤਾ ਜਿਹੜੇ ਲੈ ਕੇ ਜਾਂਦੇ ਇਹ ਬੱਸ ਕਿੱਥੇ ਜਾਣੀ। ਲੋਕੀ ਬਹਿ ਜਾਂਦੇ ਵਿਚਾਰੇ ਉੱਥੇ, ਸਾਰਾ ਦਿਨ ਉਹਨਾਂ ਤੋਂ ਕੰਮ ਕਰਾਉਂਦੇ ਆ ਤੇ ਫਿਰ ਉਹਨੂੰ ਘਰ ਬੱਸ ਚ ਬਾਈ ਘਰ ਭੇਜ ਦਿੰਦੇ। ਦੱਸੋ ਏਦਾਂ ਤੁਸੀਂ ਗੰਢੇ ਚੀਸੇ ਲਾਓਗੇ, ਉੱਥੇ ਭਾਂਡੇ ਧੋ ਆਓਗੇ ਕਿ ਸੱਚੀ ਕੁਝ ਹੋ ਜਾਊਗਾ? ਤੇ ਘਰੇ ਕੰਮ ਕਹੀਏ ਤੇ ਘਰੇ ਉੱਥੇ ਬੰਦਾ ਪ੍ਰਾਹੁਣਾ ਆਏ ਤੇ ਨਾਲ ਹੀ ਉਹਨੂੰ ਬੁਖਾਰ ਹੋ ਜਾਂਦਾ ਬੰਦੇ ਨੂੰ, ਜਿਹੜਾ ਵੀ ਬੰਦਾ। ਨਿਜਰ ਸਾਹਿਬ ਬਿਲਕੁਲ, ਉੱਥੇ ਕੋਈ ਪ੍ਰਾਹੁਣਾ ਆਏ ਨਾ ਤੇ ਨਾਲ ਹੀ ਮਨ ਤੇ ਆ ਜਾਂਦਾ ਇਹ ਬੰਦਾ ਬਿਨਾਂ ਚਾਹ ਪੀਤੇ ਚੱਲ ਜੇ। ਹੁਣ ਤੁਸੀਂ ਦੇਖੋ ਕਿੰਨਾ ਸਮਾਂ ਹੋ ਗਿਆ ਹੈ, ਹੁਣ ਤੁਹਾਡੇ ਘਰਾਂ ਚ ਪ੍ਰਾਹੁਣੇ ਆਉਂਦੇ ਆ? ਬਿਲਕੁਲ ਨਹੀਂ ਆਉਣਗੇ, ਬੰਦ ਹੋ ਗਏ ਨੇ। ਇੱਕ ਟਾਈਮ ਸੀ 42-43 ਲਾ ਲਓ, ਅੱਜ ਤੋਂ 26-27 ਸਾਲ ਪਹਿਲਾਂ, ਸ਼ਾਮ ਨੂੰ ਆਮ ਹੀ ਆ ਜਾਂਦਾ ਇਹ ਪ੍ਰਾਹੁਣਾ। ਹੁਣ ਨਹੀਂ ਲੋਕ ਜਾਂਦੇ। ਕਿਉਂ? ਦਿਨ ਦੀਆਂ ਦੋਸਤੀਆਂ ਰਹਿ ਗਈਆਂ, 1 ਅੱਧਾ ਘੰਟਾ ਬੈਠੋ, ਗੱਪ ਮਾਰੋ, ਕਦੇ ਚਲੋ ਆਪਣੇ ਘਰ। ਇਸੋ ਗੱਲਾਂ, ਏਦਾਂ ਦੀਆਂ ਗੱਲਾਂ ਬਾਤਾਂ ਬਣੀਆਂ ਨੇ। ਤੇ ਇਹ ਧਾਰਮਿਕ ਸਥਾਨ ਦੇ ਉੱਤੇ ਵੀ ਜੇਕਰ ਆਪਾਂ ਸੇਵਾ ਕਰਦੇ ਆ, ਸੇਵਾ ਕਰਨੀ ਕੋਈ ਮਾੜੀ ਚੀਜ਼ ਨਹੀਂ, ਕਰੋ। ਪਰ ਜੇਕਰ ਘਰੇ ਵੀ ਤੁਹਾਡੇ ਮਨ ਚ ਇਹ ਦੁੱਖ ਆ, ਕੰਮ ਕਰਨ ਲੱਗਿਆ ਤੁਹਾਨੂੰ ਪੀੜਾ ਮਹਿਸੂਸ ਹੁੰਦੀ ਹੈ, ਤੇ ਫਿਰ ਉਹ ਇਹ ਮਨ ਚੋਂ ਵਰਕਾ ਪਾੜਦੀ ਜੋਤ। ਤੇ ਉਹ ਵੀ ਜੋਤ ਆ। ਹਿੰਦੂ ਧਰਮ ਚ ਲਿਖਿਆ ਹੈ ਕਿ ਤੁਹਾਡੇ ਘਰ ਜਿਹੜਾ ਮਹਿਮਾਨ ਹੈ ਨਾ, ਅਤੀ ਪਤਾ ਨੀ ਕੀ ਕਹਿੰਦੇ ਇਹਨੂੰ, ਅਤਿਥੀ, ਪਰਮੇਸ਼ਰ ਦਾ ਰੂਪ ਹੈ। ਹਾਂ, ਅਤਿਥੀ, ਹਾਂਜੀ। ਆਹੋ, ਪਰਮਾਤਮਾ ਦੇਵੋ ਭਵਾ ਕਹਿੰਦੇ ਜੀ। ਹਾਂ, ਉਹ ਕਹਿੰਦੇ ਕਿ ਬਈ ਤੇਰੇ ਘਰੋਂ ਕੋਈ ਆਇਆ ਪ੍ਰਾਹੁਣਾ ਭੁੱਖਾ ਨਾ ਜਾਵੇ, ਕਮ ਸੇ ਕਮ ਪਾਣੀ ਪਿਆ ਦੇ। ਉਹ ਮੇਰੇ ਵਰਗਾ ਬੂਹੇ ਤੇ ਮੋੜ ਦਿੰਦਾ, ਛੱਡੋ ਖੜਾ। ਕਹਿੰਦੇ ਕਿੱਧਰ ਆਏ ਹੋ? ਕਿੰਨਾ ਫਲਾਨਾ ਕੰਮ, ਉਹ ਨਹੀਂ ਘਰੇ ਹੈਗਾ ਜੀ। ਭਰਾਵਾ ਪਾਣੀ ਤੇ ਪਿਆ ਦੇ ਇਹਨੂੰ, ਕਮ ਸੇ ਕਮ ਆਜੋ, ਬਹਿ ਜਾਓ ਭਾਜੀ, ਫਲਾਨਾ ਆਪਾਂ ਕਰਦੇ ਹਾਂ ਡਿਸਕਸ। ਪਰ ਕਹਿੰਦੇ ਨਹੀਂ ਵੀ ਛੱਡੋ ਖੜਾ। ਅਗਲਾ ਕਿਤਾ ਕਿੰਨਾ ਕੁ ਦੂਰ ਚੱਲ ਕੇ ਆਇਆ, ਥੱਕਿਆ ਟੁੱਟਿਆ, 2 ਮਿੰਟ ਨੂੰ ਬਾਲੋ। ਪਰ ਨਹੀਂ, ਆਪਾਂ ਫਿਰ ਉਹਨੂੰ ਕਾਊਂਟ ਕਰਦੇ ਹਾਂ ਕਿ ਇੱਥੇ ਇੰਨਾ ਖਰਚਾ ਆ ਜਾਏਗਾ, ਇਹ ਉਹ। ਇਹ ਗੱਲਾਂ ਬਾਤਾਂ ਹੁੰਦੀਆਂ ਨੇ। ਫਿਰ ਅਗਲੇ ਬੰਨੇ ਪੜੋ ਨਿਜਰ ਸਾਹਿਬ। ਗੁਰ ਪੈ ਸਿਫਤ ਭੰਡਾਰ ਕਰਮੀ ਪਾਈਏ। ਕਹਿੰਦੇ ਗੁਰੂ ਦੇ ਕੋਲ ਸਿਫਤੀ ਦਾ ਭੰਡਾਰਾ ਹੈਗਾ ਭਾਈ। ਗੁਰੂ ਦੇ ਕੋਲ ਪਰਮਾਤਮਾ ਨੇ ਗੁਰੂ ਨੂੰ ਦਿੱਤਾ, ਗੁਰੂ ਦੇ ਥਰੂ ਦੇਣਾ ਹੈ। ਕਰਮੀ ਪਾਈਏ। ਜੇ ਮਾਲਕ ਪਰਮਾਤਮਾ ਦੀ ਮਿਹਰ ਹੋ ਜਾਏ, ਮਾਲਕ ਪਰਮਾਤਮਾ ਜਿਹੜਾ ਹੈਗਾ ਦਿਆਲ ਹੋ ਜਾਏ,
ਤੇ ਗੁਰੂ ਕੋਲੋਂ ਜਿਹੜਾ ਹੈਗਾ ਭੰਡਾਰ ਮਿਲ ਜਾਂਦਾ ਹੈ। ਸਤਿਗੁਰ ਨਜ਼ਰੇ ਨਿਹਾਲ ਪੌੜ ਨਾ ਧਾਈਏ। ਔਰ ਗੁਰੂ ਨੇ ਜਿਹੜੇ ਹੈਗੇ, ਗੁਰੂ ਕੋਲੋਂ ਭੰਡਾਰਾ ਜਿਹਨੂੰ ਮਿਲ ਗਿਆ, ਸਤਿਗੁਰ ਨਜ਼ਰੇ ਨਿਹਾਲ, ਗੁਰੂ ਦੀ ਮਿਹਰ ਦੇ ਨਾਲ ਨਿਹਾਲੋ ਨਿਹਾਲ ਹੋ ਗਿਆ ਜਿਹੜਾ, ਤੇ ਉਹ ਫਿਰ ਜਨਮ ਮਰਨ ਦੇ ਗੇੜੇ ਦੇ ਵਿੱਚ ਦੁਬਾਰਾ ਨਹੀਂ ਆਉਂਦਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਪਹਿਲੀ ਗੱਲ ਤੇ ਕਹਿੰਦੇ ਕਿ ਉਹ ਮਿਹਰ ਹੋਵੇ, ਤੇ ਫਿਰ ਇਹ ਗੁਪਤ ਚੀਜ਼ ਹੈ, ਕੋਈ ਆਮ ਤੇ ਚੀਜ਼ ਹੈ ਨਹੀਂ। ਫਿਰ ਦੇ ਕੇ ਜਾਂਦੇ ਨੇ, ਦੱਸਦੇ ਨੇ, ਫਿਰ ਕਹਿੰਦੇ ਨੇ ਕੀ ਹੁੰਦਾ, ਫਿਰ ਜਦੋਂ ਗਿਆਨ ਹੋ ਜਾਂਦਾ ਹੈ, ਫਿਰ ਜੀਵਨ ਚ ਉਚਾਈ ਹੁੰਦੀ ਹੈ, ਫਿਰ ਕਹਿੰਦੇ ਫਿਰ ਧੱਕੇ ਖਾਣ ਦੀ ਲੋੜ ਨਹੀਂ। ਬਾਣੀ ਚ ਕਿਹਾ ਐਸੀ ਮਰਨੀ ਜੋ ਮਰੇ ਬੋੜ ਨਾ ਮਰਨਾ ਹੋਵੇ, ਇੱਕ ਵਾਰੀ ਮਰਨਾ ਹੈ। ਉਸ ਮੌਤ ਨੂੰ ਪ੍ਰਾਪਤ ਕਰਨ ਦੇ ਲਈ ਹੀ ਇਹ ਸਾਰੀ ਖੇਡ ਚੱਲਦੀ ਹੈ, ਬਾਰ-ਬਾਰ ਨਹੀਂ ਹੋਣਾ। ਬਹੁਤ ਹੋ ਗਿਆ, ਅੱਗੇ ਵੀ ਕਾਫੀ ਸਮਾਂ ਲੰਘ ਚੁੱਕਿਆ ਹੈ। ਹੁਣ ਵੀ ਜਿਹੜਾ ਜੀਵਨ ਹੈ ਇਹਨੂੰ ਮੈਂ ਸਹੀ ਦਿਸ਼ਾ ਦੇ ਵੱਲ ਲੈ ਕੇ ਜਾਣਾ, ਮੈਂ ਨਹੀਂ ਇਹ ਕੰਮ ਕਰਨਾ ਬਾਰ-ਬਾਰ। ਠੀਕ ਹੈ ਜੀ, ਅਗਲੇ ਬੰਨੋਂ ਬੋਲੋ ਜੀ। ਅੱਗੇ ਮਾਲਕ ਪਰਮਾਤਮਾ ਜਿਹੜਾ ਹੈਗਾ ਭਗਤੀ ਕਰਾਉਂਦਾ ਹੈ। ਕਿਸ ਤਰ੍ਹਾਂ ਮਾਲਕ ਪਰਮਾਤਮਾ ਇਸ ਸੰਸਾਰ ਸਮੁੰਦਰ ਤੋਂ ਰੱਖਦਾ ਹੈ, ਬਚਾਉਂਦਾ ਹੈ, ਡੁੱਬਣ ਨਹੀਂ ਦਿੰਦਾ। ਰੱਖਾ ਹੈ ਆਪ ਦਇਆਲ, ਉਹ ਦਿਆਲੂ ਆਪ ਰੱਖਦਾ ਹੈ। ਕਰ ਦਾਸਾਂ ਆਪਣੇ ਦਾਸ ਬਣਾ ਕੇ ਰੱਖਦਾ ਹੈ ਭਾਈ ਮਾਲਕ ਪਰਮਾਤਮਾ। ਦਾਸ ਦਾ ਕੰਮ ਆ ਵੀ ਮਾਲਕ ਦੀ ਸੇਵਾ ਕਰਨੀ। ਜਿਹੜੇ ਮਾਲਕ ਦੀ ਭਗਤੀ ਕਰਦੇ ਆ ਬਸ ਉਹਨਾਂ ਨੂੰ ਮਾਲਕ ਪਰਮਾਤਮਾ ਨਹੀਂ ਡੁੱਬਣ ਦਿੰਦਾ ਭਾਈ। ਹਰ 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 ਨਾਮ ਜੀਵਾਂ ਸੁਣ ਸੁਣੇ। ਔਰ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਉਹ ਮਹਾਰਾਜ ਕਹਿੰਦੇ ਆ, ਮੈਂ ਤਾਂ ਉਹ ਮਾਲਕ ਪਰਮਾਤਮਾ ਦਾ ਨਾਮ ਸੁਣ ਸੁਣ ਕੇ, ਇਹ ਭਗਤੀ ਕਰ ਕਰਕੇ ਜਿਹੜਾ ਹੈਗਾ ਜਿਉਂਦਾ ਹੋਈ ਜਾ ਰਿਹਾ, ਆਤਮਿਕ ਜੀਵਨ ਪਾ ਰਿਹਾ ਹੈ। ਹਾਂਜੀ ਵੀਰ ਜੀ ਸਹੀ ਹੈ ਜੀ। ਜਦੋਂ ਆਪਾਂ ਪ੍ਰਮਾਤਮਾ ਦੀ ਚਰਨਾਂ 'ਚ ਆਪਣੀ ਸੁਰਤੀ ਇਕਾਗਰ ਕਰਦੇ ਹਾਂ, ਫਿਰ ਕੀ ਕਰਦੇ, ਉਹ ਆਪਾਂ ਨੂੰ ਆਪਣੇ ਸੇਵਕ ਬਣਾ ਸੇਵਕ ਬਣਾ ਕੇ ਫਿਰ ਸਾਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ ਦਿੰਦਾ ਹੈ। ਠੀਕ ਹੈ ਜੀ। ਤੇ ਫਿਰ ਅਗਲੇ ਬੰਨੇ ਲਿਖਿਆ ਜੀ ਕਿ ਭਗਤੀ ਸਾਨੂੰ ਦੇ ਦਿੰਦਾ ਸਾਡੇ ਕਰਨਾ। ਹਾਂ, ਭਗਤੀ ਕਰ ਕਰਕੇ ਆਤਮਿਕ ਜੀਵਨ ਮਿਲ ਜਾਂਦਾ, ਆਤਮ ਦਰਸ਼ਨ ਹੋ ਜਾਂਦੇ ਆ। ਸਹੀ ਹੈ ਜੀ, ਅੱਗੇ ਬੋਲੋ ਜੀ। ਬਸ ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਬਸ ਠੀਕ ਹੈ। ਸਾਧ ਸੰਗਤ ਜੀ ਕੱਲ ਵੀ ਉਹ ਕਹਿ ਰਹੇ ਨੇ ਕਿ ਪੋਸਟਪੋਨ ਨਾ ਕਰੋ, ਆਪਣਾ ਸਮਾਂ ਨਾ ਖਰਾਬ ਕਰੋ, ਜਿਹੜਾ ਕੰਮ ਕਰਨਾ ਹੈ। ਆਲਸ ਦੇ ਬਾਰੇ ਗੱਲ ਕੀਤੀ ਆਪਾਂ ਕਿ ਜ਼ਿੰਦਗੀ 'ਚ ਇੱਕ ਨੈਗੇਟਿਵ ਪੁਆਇੰਟ ਹੈਗਾ ਸਰੀਰਕ ਆਲਸ, ਫਿਰ ਮਾਨਸਿਕ ਆਲਸ। ਮਾਨਸਿਕ ਆਲਸ ਇਹ ਹੁੰਦਾ ਹੈ ਕਿ ਬਸ ਮਨ ਦੇ ਅੰਦਰ ਹੀ ਸੋਚ ਲੈਣਾ ਕਿ ਇਹ ਕੰਮ ਮੈਂ ਨਹੀਂ ਕਰ ਸਕਦਾ, ਫਿਰ ਉੱਥੇ ਬੈਠੇ ਰਹੋ। ਤੇ ਮਾੜਾ ਕੰਮ ਕਰਨਾ ਹੋਵੇ ਤੇ ਤੁਸੀਂ ਫੱਟ ਤਿਆਰ ਹੁੰਦੇ, ਜੋ ਚੰਗਾ ਕੰਮ ਕਰਨਾ ਹੋਵੇ ਤੇ ਫਿਰ ਮਨ ਕਹਿੰਦਾ ਛੱਡੋ ਖੜਾ, ਮਿੱਟੀ ਪਾਓ, ਉਹ ਨਹੀਂ ਕੰਮ ਕਰਨਾ। ਫਿਰ ਆਪਾਂ ਦੇਖੋ ਸੰਗਤ ਕਰਨੀ ਹੈ ਔਰ ਫਿਰ ਉਹ ਨਾਮ ਪ੍ਰਾਪਤ ਕਰਨਾ ਹੈ ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਸਾਨੂੰ ਪਛਤਾਵਾ ਨਾ ਹੋਵੇ। ਕੋਈ ਐਵੇਂ ਕਿਸੇ ਦਾ ਨਕਲੀ ਨਾਮ ਨਹੀਂ ਲੈ ਲੈਣਾ ਤੇ ਬਹਿ ਜਾਣਾ। ਖੁਦ ਉਸ ਨਾਮ ਨੂੰ ਪ੍ਰਾਪਤ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੇ ਔਗਣ ਆ ਉਹਨਾਂ ਤੋਂ ਮੁਕਤ ਹੋਣਾ। ਇਹ ਅੱਜ ਦੀ ਬਾਣੀ ਦਾ ਸੰਦੇਸ਼, ਤੇ ਆਪਾਂ ਉਸ ਮਾਰਗ ਤੇ ਚੱਲੀਏ ਪਰ ਜੀਵਨ ਨੂੰ ਸਫਲ ਕਰੀਏ। ਆਪ ਬੋਲਣਾ ਚਾਹੁੰਦੇ ਨੇ ਜੇ ਸਭ ਕੁਛ ਠੀਕ ਹੈ? ਠੀਕ ਹੈ ਜੀ ਵੀਰ ਜੀ, ਬਿਲਕੁਲ ਸਹੀ ਹੈ। ਇੱਕ ਓਂਕਾਰ ਸਤ। ਹਾਂਜੀ, ਇੱਕ ਬੇਨਤੀ ਸੀ। ਆਪ ਜੀ ਪਰਸੋਂ ਦੀ ਸੰਗਤ ਵਿੱਚ ਕਿਹਾ ਸੀ ਨਾ ਵੀ ਆਪਾਂ ਕਥਾ ਤੇ ਨਾਂ ਲਿਖਣਾ ਨਹੀਂ ਜ਼ਰੂਰੀ ਨਹੀਂ ਜਾਂ ਹੋਰ ਹੈ। ਹਾਂਜੀ ਹਾਂਜੀ, ਇਹ ਜ਼ਰੂਰੀ ਬਣ ਗਿਆ ਜੀ, ਕਿਉਂਕਿ ਮੰਨ ਲਓ ਅਸੀਂ ਆਪ ਜੀ ਨਾਲ ਜੁੜੇ ਆ ਤੇ ਮੰਨ ਲਓ ਆਪ ਜੀ ਫੇਸਬੁੱਕ ਵਿੱਚ ਨਾ ਪਾਉਂਦੇ ਆਪ ਜੀ ਆਡੀਓ ਜਾਂ ਮੰਨ ਲਓ ਆਪਣਾ ਲਿੰਕ, ਤੇ ਆਪ ਜੀ ਨਾਲ ਸੰਪਰਕ ਹੋ ਨਹੀਂ ਸਕਣਾ ਸੀਗਾ। ਹਾਂ, ਉਹ ਦਵਿੰਦਰ ਜੀ, ਉਹ ਪਤਾ ਕੀ ਹੁੰਦਾ ਕਿ ਚਲੋ ਅੱਜ ਕੱਲ੍ਹ ਤੇ ਹੁਣ ਸਿਸਟਮ ਬਣ ਚੁੱਕਿਆ, ਬਿਨਾਂ ਆਇਡੈਂਟੀਫਿਕੇਸ਼ਨ ਦੇ ਤੇ ਆਪਾਂ ਕੁਛ ਨਹੀਂ ਕਰ ਸਕਦੇ। ਉਹ ਤੇ ਉਹਦੇ ਵਿੱਚ ਲਿਖਣਾ ਇਸ ਕਰਕੇ ਹੁੰਦਾ ਕਿ ਉਹ ਥੋੜਾ ਜਿਹਾ ਅੱਖਰਾਂ ਦਾ ਫਾਇਦਾ ਤੇ ਮਿਲਦਾ ਹੈ, ਬੈਨੀਫਿਟ ਹੁੰਦਾ ਹੈ। ਬਟ ਜੇ ਕੋਈ ਬੰਦਾ ਓਦਾਂ ਹੀ ਆਪਣੇ ਆਪ ਨੂੰ ਮਤਲਬ ਥੋੜੀ ਉਹ ਚੀਜ਼ ਦੇ ਨਾਲ ਦੇਖਦਾ ਹੈ ਜਾਂ ਉਸ ਚੀਜ਼ ਦੇ ਨਾਲ ਆਪਣੇ ਆਪ ਨੂੰ ਪ੍ਰੂਫ ਕਰਦਾ ਹੈ ਨਾ, ਤੇ ਉਸ ਲਈ ਮਨਾ ਕਰਦੇ ਆਪਾਂ, ਉਹ ਨਹੀਂ ਕਰਨਾ।
ਉਹ ਐ ਨਹੀਂ ਮੰਨ ਲਓ ਇਹ ਚੀਜ਼ ਮੰਨ ਲਓ ਹੁਣ ਮੈਂ ਫੇਸਬੁੱਕ ਛੱਡਤੀ, ਮੰਨ ਲਓ ਫੇਸਬੁੱਕ ਫਿਰ ਵੀ ਤੁਸੀਂ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਤੁਸੀਂ ਪਾਉਂਦੇ ਰਹੋ ਹਰੇਕ ਚ। ਕੁਦਰਤੀ ਇਹ ਵੀ ਜਿਹੜੇ ਇਸ ਚੀਜ਼ ਨਾਲ ਜੁੜਨਾ ਚਾਹੁੰਦੇ ਪਰਮਾਤਮਾ ਦੇ ਨਾਲ, ਉਹ ਤਾਂ ਇਸ ਬਸ ਇਸ ਰਸਤੇ ਤੇ ਆਉਣਗੇ ਹੀ ਆਉਣਗੇ। ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਜੀ। ਮੰਨ ਲਓ ਚਲੋ ਮੈਂ ਹੁਣ ਫੇਸਬੁੱਕ 2 ਸਾਲ ਹੋ ਗਏ ਚਲਾਈ ਨੂੰ, ਤੇ ਫਿਰ ਵੀ ਚਲੋ ਇਹ ਚੀਜ਼ਾਂ ਜ਼ਰੂਰੀ ਹੈ। ਕੋਈ ਕਿਸ ਹਿਸਾਬ ਨਾਲ ਵਰਤ ਰਿਹਾ ਇਹ ਚੀਜ਼ਾਂ ਨੂੰ, ਤੇ ਕੋਈ ਕਿਸ ਹਿਸਾਬ ਨਾਲ ਵਰਤ ਰਿਹਾ, ਪਰ ਆਪਣੇ ਲਈ ਤਾਂ ਕਰਮ ਖੁੱਲ ਗਏ ਆਪਣੇ ਇਸ ਗੱਲ ਨਾਲ ਵੀ ਚਲੋ ਚੰਗੀ ਗੱਲ ਬਣੀ ਹੈ। ਇਨੀ ਆਪਣੀ ਮੰਨ ਲਓ ਜਿਹੜੀ ਵੀਡੀਓ ਰੋਜ਼ ਰੋਜ਼ ਪੈ ਰਹੀ ਹੈ ਆਪਣੇ YouTube ਤੇ, ਤੁਸੀਂ ਦੇਖੋ ਵੀ ਵਿਊ ਇਹਦੇ ਵੱਧਣੇ ਸ਼ੁਰੂ ਹੋਏ ਆ, ਇਹਦਾ ਮਤਲਬ ਸੰਗਤ ਵੀ ਨਾਲ ਜੁੜ ਰਹੀ ਹੈ, ਜਿਹੜੇ ਦੇਖਣਾ ਚਾਹ ਰਹੇ ਜਾਂ ਸੁਣਨਾ ਚਾਹ ਰਹੇ। ਬਹੁਤ ਵਧੀਆ ਗੱਲਾਂ ਲੱਗ ਰਹੀਆਂ। ਹਾਂਜੀ ਹਾਂਜੀ ਹਾਂਜੀ, ਇਹੀ ਚੀਜ਼ ਨੂੰ ਹਾਂ ਬਹੁਤ ਵਧੀਆ ਵਿਚਾਰ ਹੈ ਜੀ। ਓਕੇ ਇਸੇ ਸਰ, ਤਰ੍ਹਾਂ ਹੀ ਚੱਲੀ ਹਾਂਜੀ ਬਹੁਤ ਬਾਈ। ਓਕੇ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗ੍ਰੀਨਵਾਜ, ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ। ਆਪ ਜੀ ਨੇ ਨਾਮਦਾਨ ਬਖਸ਼ਿਆ ਸਾਨੂੰ, ਹਰ ਦਿਨ ਸੰਗਤ ਬਖਸ਼ੇ ਤੇ ਜੋ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਦਾਨ ਬੱਚੇ ਸਨ ਕੇ ਮਾਫ ਕਰੋ ਕਿ ਤੋ ਚੁੱਤ ਤੇ ਸਪਸ਼ਟ ਬਣੀ ਪੜਨ ਦੀ ਅੱਗੇ ਬਖਸ਼ਣੀ। ਮੇਰੇ ਮਾਲਿਕ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ। ਮੇਰੇ ਪਿਤਾ 2 ਅਰਦਾਸਾਂ ਆਈਆਂ ਨੇ, ਆਪ ਉਹਨਾਂ ਦੀਆਂ ਸ਼ੁਭ ਇਛਾਵਾਂ ਦੀ ਪੂਰਤੀ ਕਰੋ। ਜੋ ਵੀ ਇਸ ਪਰਿਵਾਰ ਦੇ ਵਿੱਚ ਕੋਈ ਮੁਸ਼ਕਿਲ ਹੈ, ਜੋ ਸਰੀਰਕ ਕਸ਼ਟ ਹੈਗਾ, ਉਹਨੂੰ ਦੂਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।